ਆ ਸ਼ਬਦ ਅਸੀਂ ਪਿਛਲੀ ਸ਼ਬਦ ਚੌਂਕੀ 'ਚ ਚਾਲੂ ਕਰਤਾ ਸੀ। ਹੁਣ ਇਹਦਾ ਅੱਜ ਪੂਰਾ ਗਿਆਨ ਲਾਂਗੇ। ਔਰ ਰਾਈਟਰ ਆ ਇਹਦਾ ਮਹੱਲਾ ਪਹਿਲਾ। ਸਾਡਾ ਪਹਿਲਾ ਪੈਗੰਬਰ, ਪਹਿਲਾ ਔਲੀਆ, ਪਹਿਲਾ ਗੁਰੂ ਬਾਬਾ ਨਾਨਕ ਦਾ ਸ਼ਬਦ ਆ। ਉਹਨਾਂ ਦੇ ਦਰਸ਼ਨ ਅਸੀਂ ਦੇਹ ਦੀ ਦਰਸ਼ਨ ਨਹੀਂ ਇਹ ਗਿਆਨ ਮੰਗਦਾ। ਜੋ ਗੁਰੂ ਦਾ ਗਿਆਨ ਹੁੰਦਾ ਅੰਦਰ ਉਹ ਕਾਟ ਕਰਦਾ ਹੈ 82 ਤੇ। ਇਸੇ ਕਰਕੇ ਦਸਮ ਪਾਤਸ਼ਾਹ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਗੁਰੂ ਦੀ ਗੱਦੀ ਦਿੱਤੀ ਹੈ। ਗਿਆਨ ਦੀ ਗਿਆਨ ਕਾਟ ਕਰਦਾ ਹੈ ਦੇਹ। ਤੇ ਗੁਰੂ ਨਾਨਕ ਦੇ ਪੁੱਤ ਵੀ ਦੇਖ ਰਹੇ ਸੀ ਦੇਹ ਨੂੰ, ਸਾਰੀ ਦੁਨੀਆ ਦੇਖਦੀ ਸੀ, ਪਰ ਉਹਦਾ ਗਿਆਨ ਫੜਿਆ ਤੇ ਗੁਰੂ ਅੰਗਦ ਸਾਹਿਬ ਨੇ ਫੜਿਆ। ਔਰ ਉਹ ਫਿਰ ਗੁਰਿਆਈ ਲੈ ਗਏ। ਤੁਹਾਨੂੰ ਸਾਰਿਆਂ ਨੂੰ ਪਤਾ ਮਹੱਲਾ ਦੂਜਾ। ਔਰ ਇਹ ਸ਼ਬਦਾਂ ਦਾ ਐਸ ਗਿਆਨ ਦੀ ਵਿਲੱਖਣਤਾ ਉੱਤੇ ਰਾਈਟਰ ਦਾ ਨਾਂ ਨਹੀਂ ਹੋਏਗਾ। ਇੰਨੇ ਸ਼ਬਦ 1430 ਸਫ਼ੇ ਦੇ ਇੰਨੇ ਸ਼ਬਦ ਮਹੱਲੇ ਚੱਲਣਗੇ। ਮਹੱਲਿਆਂ ਨਾਲ ਕਦੀ ਸਾਰੀ ਦੁਨੀਆ ਹੈਰਾਨ ਹੋ ਰਹੀ ਹੈ ਵੀ ਐਡਾ ਕੰਪਲੀਟ ਪੂਰਨ ਬ੍ਰਹਮ ਗਿਆਨ ਜੋ ਦੁਨੀਆ 'ਚ ਲੇਟੈਸਟ ਗ੍ਰੇਟੈਸਟ ਔਰ ਕੰਪਲੀਟ ਬ੍ਰਹਮ ਗਿਆਨ ਆਇਆ, ਉਹਦੇ ਤੇ ਰਾਈਟਰ ਦਾ ਨਾਂ ਨਹੀਂ ਹੈ। ਮਹੱਲਿਆਂ ਦਾ ਭਗਤਾਂ ਦੀ ਬਾਣੀ ਦੇ ਨਾਮ ਹੋਣਗੇ ਉੱਤੇ। ਇਹ ਖਾਸ ਚੀਜ਼ ਹੈ ਵੀ ਕਿਸੇ ਦਾ ਧਿਆਨ ਸਾਡੇ ਵੱਲ ਨਾ ਚਲੇ ਜਾਏ। ਜੋ ਸ਼ਬਦ ਕਹਿ ਰਿਹਾ ਸ਼ਬਦ ਦੇ ਵਿੱਚ ਸ਼ਬਦ ਸੁਰਤ ਦੀ ਖੇਡ ਦੇ ਰਹੇ ਨੇ। ਮਹੱਲਾ ਪਹਿਲਾ ਹੈ, ਨਿਸ਼ਾਨੀ ਦੇ ਗਏ ਵੀ ਮਹੱਲੇ ਪਹਿਲਾ ਹੈ। ਔਰ ਸੋਈ ਮਹੱਲਾ ਪੰਨਾ 766 ਹੈ, ਪੇਜ 766 ਔਰ 28 ਨੰਬਰ ਦਾ ਅਸੀਂ ਸ਼ਬਦ ਲੈ ਰਹੇ ਹਾਂ। ਗਤੇ ਤੀਰਥ ਮੱਲੇ ਨਾਲੇ ਅੰਤਰ ਗਤੇ ਤੀਰਥ ਮੱਲੇ ਨਾਲੇ। ਅੰਤਰਗਤ ਅਸੀਂ ਧਿਆਨ ਰੱਖ ਕੇ ਅੰਦਰ, ਸਾਡਾ ਤੀਰਥ ਅੰਦਰ ਹੈ। ਪਿਛਲੀ ਟੇਪ 'ਚ ਦੱਸਿਆ ਸੀ ਵੀ ਰਾਮਦਾਸ ਸਾਹਿਬ ਦਾ ਸਰੋਵਰ ਜਿਹੜਾ ਨਹਾਤੇ ਉਤਰੇ ਪਾਪ ਕਮਾਤੇ, ਉਹ ਸਭ ਸਾਡੇ ਅੰਦਰ ਹੈ। ਜਦ ਕਿ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਆਪਣੀ ਬਾਣੀ 'ਚ ਵੀ ਅੰਮ੍ਰਿਤਸਰ ਸਾਚਾ, ਇਸ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਜਦੋਂ ਕਿ ਅੰਮ੍ਰਿਤਸਰ ਦਾ ਨਾਮੋ ਨਿਸ਼ਾਨ ਨਹੀਂ ਸੀ। ਕਾਲਾ ਦੇ ਸੀ ਇਹਦੀ ਹਿਸਟਰੀ ਲੇਟੈਸਟ ਔਰ ਰਜਿਸਟਰੀ ਜਿਹੜੀ ਹੈ ਲੱਭੀ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਨਾਂ ਦੇ। ਜਿਹੜਾ ਪਹਿਲਾ ਨਾਂ ਜੇਠਾ ਸੀ ਔਰ ਰਜਿਸਟਰੀ ਸਾਰੀ ਅੰਮ੍ਰਿਤਸਰ ਦੀ ਜ਼ਮੀਨ ਦੀ ਸਾਰਾ ਅਕਬਰਨਾ ਜਿਹੜਾ ਪਟਾ ਕੀਤਾ ਉਹ ਜੇਠਾ ਜੀ ਦੇ ਨਾਂ ਰਜਿਸਟਰੀ ਹੋਈ ਹੈ। ਇਹ ਤਾਜ਼ਾ ਇਤਿਹਾਸ ਹੈ। ਕੋਈ ਰਮਾਇਣ ਮਹਾਭਾਰਤ ਦੀਆਂ ਕਥਾ ਨਹੀਂ ਅਸੀਂ ਪਾ ਰਹੇ। ਆ ਹੁਣੇ ਲੇਟੈਸਟ ਸਾਡੇ ਸਾਰੇ ਗੁਰੂ ਹੋਏ। ਔਰ ਇਹ ਜਗ੍ਹਾ ਅਕਬਰ ਨੇ ਦਿੱਤੀ ਔਰ ਇਸ ਜਗ੍ਹਾ ਫਿਰ ਸ਼ਹਿਰ ਵਸਾਇਆ ਗੁਰੂ ਰਾਮਦਾਸ ਸਾਹਿਬ ਨੇ। ਪਰ ਇਹਨੂੰ ਗੁਰੂ ਕਾ ਚੱਕ ਕਹਿੰਦੇ ਸੀ। ਤੇ ਉਹ ਜਿਹੜਾ ਵਸਾਇਆ ਉਹਨਾਂ ਨੇ ਔਰ ਉਹਦਾ ਤਲਾਬ ਬਾਅਦ 'ਚ ਬਣੇ। ਸਭ ਕੁਛ ਹੋ ਗਿਆ, ਕਈ ਕੁਛ ਹੋਇਆ। ਅਸੀਂ ਹਿਸਟਰੀ ਵੱਲ ਜ਼ਿਆਦਾ ਨਹੀਂ ਜਾਣਾ। ਜੋ ਬਾਣੀ 'ਚ ਕਹਾਣੀ ਜਾਂ ਬਾਣੀ 'ਚ ਸਾਨੂੰ ਸੱਚਾਈ ਮਿਲਦੀ ਹੈ ਵੀ ਐਡਾ ਵੱਡਾ ਪਹਿਲਾ ਹੀ ਗੁਰੂ ਸਾਡਾ ਇਹਨਾਂ ਨੂੰ ਛੜਿਆ ਵੀ 68 ਤੀਰਥ ਬੜੇ ਮਸ਼ਹੂਰ ਹੈ। 860 8 ਤੇ 60 ਦੋਨਾਂ ਨੂੰ ਉਡਾ ਕੇ 68 ਤੀਰਥ ਬਣਦੇ। 68 ਤੀਰਥ ਇਹਨਾਂ ਦੇ ਬੜੇ ਮਸ਼ਹੂਰ ਹੈ। ਔਰ ਫਿਰ ਪੁੰਨ ਕਰਨਾ, ਪੂਜਾ ਕਰਨੀ ਸਾਰੀ। ਮਹਾਰਾਜ ਕਹਿੰਦੇ ਸਾਡਾ ਨਾਮ ਹੀ ਸਭ ਕੁਛ ਇਹ ਕਰਦਾ। ਇਸ ਕਰਕੇ ਅਸੀਂ ਇਹ ਸ਼ਬਦ ਦੀ ਪਹਿਲਾਂ ਜਿਹੜੀ ਹਾਈਲਾਈਟ ਤੁਹਾਡੇ ਘਰਾਂ ਹੱਥਾਂ 'ਚ ਸ਼ਬਦ ਹੈ। ਪਹਿਲਾਂ ਅਸੀਂ ਆਪਣੇ ਪ੍ਰਕਰਨ ਦਾ ਜਿਹੜੀ ਵਿਸ਼ਾ ਚੱਕ ਰਹੇ ਹਾਂ 68 ਤੀਰਥ ਪੁੰਨ ਪੂਜਾ ਇਹ ਅਸੀਂ ਨਹੀਂ ਕਰਨੀਆਂ। ਅਸੀਂ ਇਹ ਨਾਮ ਸਾਚਾ ਪਾਇਆ, ਅਸੀਂ ਨਾਮ ਜਪਣਾ ਹੈ। ਤੋਂ ਮਹੱਲੇ ਪਹਿਲੇ ਦਾ ਅਸੀਂ ਕਲੀਅਰ ਹੁਕਮ ਦੇ ਰਹੇ ਹਾਂ ਵੀ ਉਹ ਕਿੱਧਰ ਸਾਨੂੰ ਲਾ ਰਹੇ ਹੈ। 68 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ। 68 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ। ਨਾਮ ਦੀ ਵੈਲਿਊ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਚੀਜ਼ ਤੇ ਫੋਕਸ ਹੁੰਦਾ ਹੈ। ਸਾਰੇ ਸ਼ਬਦ ਭਗਤਾਂ ਦੇ ਵੀ ਮਹੱਲਿਆਂ ਦੇ ਵੀ ਅਖੀਰ ਤੇ ਜਾ ਕੇ ਸਿੱਖਾਂ ਦੀ ਬਾਣੀ ਵੀ ਆਈ ਹੈ। ਜਿਹੜੇ ਸਾਹਮਣੇ ਗੁਰੂਆਂ ਨੂੰ ਦੇਖ ਰਹੇ ਸੀ ਭੱਟਾਂ ਦੀ ਬਾਣੀ ਸਾਹਿਬ ਜਿੰਨੀ ਹੈ ਇੱਕ ਚੀਜ਼ ਤੇ ਫੋਕਸ ਹੁੰਦੀ ਹੈ
ਨਾਨਕ ਕੈ ਕਰ ਕੇਵਲ ਨਾਮ, ਨਾਨਕ ਕੈ ਕਰ ਕੇਵਲ ਨਾਮ, ਇਹੋ ਅਹੇਰਾ ਤੀਨੋ ਨਾਮ, ਇਹੋ ਅਹੇਰਾ ਤੀਨੋ ਨਾਮ। ਇੱਕ ਅਕਾਲ ਪੁਰਖ ਦੀ ਪੂਜਾ, वो भी नाम हमारे गुर की सेव, नाम हमारे पूजा देव, गुर पूरे दिरड़ियो हर नाम, सब ते उत्तम हर हर काम। नाम जपना, इस करके तीर्थ सारियां ਅਸੀਂ ਬਾਣੀ ਚ ਕੱਢੀ ਆ ਰਹੇ ਹਾਂ ਵੀ ਇਹਨਾਂ ਦੀ ਮਨਾਹੀ ਹੈ। ਬਾਣੀ ਨਹੀਂ ਮੰਨਦੀ ਇਹ ਤੀਰਥ, ਸਾਡੇ ਅੰਦਰ ਆ ਉਹ ਤੀਰਥ। ਔਰ ਉਹ ਤੀਰਥ ਆ ਖੁੱਲ ਜਾਂਦਾ ਜਦੋਂ ਸਾਜਨ ਤੋਂ ਸ਼ੁਰੂ ਕੀਤਾ ਮਹਾਰਾਜ ਨੇ ਸ਼ਬਦ। ਸਾਜਨ ਹੈ ਸਾਜਨ ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹਉਮੈ ਮਾਰ। ਉਹ ਜਿਹੜਾ ਸਤਿਗੁਰ ਜਦ ਲੱਭੀ ਆ ਰਹੇ ਆ ਅਸੀਂ ਵੀ ਜਿਹਦੀ ਦੇਹ ਨਹੀਂ ਹੈ, ਉਹ ਇਨਸਾਨ ਨਹੀਂ ਹੈ, ਉਹ ਬਾਬੇ ਨਾਨਕ ਦੇ ਅੰਦਰ ਆਇਆ ਸੀ। ਸਾਜਨ ਉਹਨੂੰ ਕਹਿ ਰਹੇ ਨੇ ਆਪਣੇ ਇਸੇ ਕਰਕੇ ਤੇਰਾ ਕੀਤਾ ਜਾਤੋ ਰਾਈ, ਸਾਰਾ ਗਿਆਨ ਕਲੋਜ਼ ਕਰਕੇ ਅਖੀਰ ਤੇ ਸ਼ਲੋਕ ਲਾਇਆ ਮਹੱਲੇ ਪੰਜਵੇਂ ਨਾ ਵੀ ਮੈਂ ਨਹੀਂ ਸੀ ਸਭ ਕੁਛ ਇਹ ਗਿਆਨ ਇੰਨਾ ਕਰ ਸਕਦਾ, ਐਡਿਟ ਇਕੱਠਾ ਕਰਕੇ ਜਿਹੜਾ ਪੋਥੀ ਬੰਨੀ ਹੈ, ਸਾਰਾ ਗ੍ਰੰਥ ਬੰਨਿਆ। ਉਹ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਤੂੰ ਹੀ ਜੋਗ ਮੈਨੇ ਗਿਆਨ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ। ਤੋ ਜੋਗ ਦਾ ਮਤਲਬ ਹੈ ਗਿਆਨ, ਜਿੰਨਾ ਪਿਛਲਾ ਗਿਆਨ ਆਇਆ ਹੈ ਇਹ ਤੂੰ ਹੀ ਕੀਤਾ ਮੈਨੂੰ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਾਈ, ਆਪੇ ਤਰਸ ਪਿਓਈ। ਸਭ ਤੋਂ ਵੱਡਾ ਮੇਰੇ ਤੇ ਤਰਸ ਕੀ ਹੋਇਆ, ਤਰਸ ਪਿਆ ਮੈਂ ਰਹਿਮਤ ਹੋਈ। ਆਪ ਹਸਤੀ ਪਾਵਰ ਵਜੂਦ ਮੈਨੂੰ ਮਿਲ ਗਿਆ ਜਿਹੜਾ ਇਨਸਾਨ ਨਹੀਂ ਸੀ। ਸਤਿਗੁਰ ਸੱਜਣ ਮਿਲਿਆ। ਇਸ ਕਰਕੇ ਇਸੇ ਸੱਜਣ ਨੂੰ ਹੀ ਬਾਬਾ ਨਾਨਕ ਆਪਣੇ ਸ਼ਬਦ 'ਚ ਕਹਿੰਦਾ ਮੇਰੇ ਅੰਦਰ ਵੀ ਇਹ ਆ ਗਿਆ। ਪਹਿਲਾਂ ਗੁਰੂ ਨਾਨਕ ਦੇ ਅੰਦਰ ਆਇਆ ਇਹ ਸੱਜਣ। ਸਤਿਗੁਰ ਪੁਰਖ ਆਪ ਉਹ ਸਤਿਗੁਰ ਨਹੀਂ ਸੀ, ਉਹਨਾਂ ਦੇ ਅੰਦਰ ਸਤਿਗੁਰ ਆਇਆ ਸੀ। ਔਰ ਸਤਿਗੁਰ ਜੁਗਾਂ ਜੁਗਾਂ ਤੋਂ ਹੈ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਬਾਣੀ ਨਾ ਖੋਲਣਾ ਸੀ। ਪੀੜੀ ਪੀੜੀਆਂ ਦੀ ਚੱਲੀਆਂ ਆ ਰਹੀਆਂ। ਕਲਯੁਗ ਦੇ ਵਿੱਚ 10 ਪੀੜੀਆਂ ਉਸ ਸਤਿਗੁਰ ਦੀਆਂ। ਪਹਿਲਾਂ ਬਾਬੇ ਨਾਨਕ ਚ ਆਇਆ, ਫਿਰ ਉਹ ਜੋਤ ਹੋਆ ਜੁਗਤ ਸਹਾਇ ਸਹਿ ਕਾਇਆ, ਫਿਰ ਪਲਟੀਏ ਗਾਂ ਤੂੰ ਗਾਂ ਜੋਤ 10 ਗੁਰੂਆਂ ਦੇ ਔਰ 10ਮ ਪਾਤਸ਼ਾਹ ਤੱਕ ਸਾਰੀ ਜੋਤ ਜਾਂਦੀ ਹੈ। ਔਰ ਇਹ 10 ਪੀੜੀਆਂ ਕਲਯੁਗ ਚ ਆਈਆਂ। ਔਰ ਉਹਦੇ ਵਿੱਚ ਵੀ ਆ ਸਾਜਨ ਆਇਆ ਤੇ ਬਾਬਾ ਨਾਨਕ ਕੁਰਲਾ ਉੱਠਿਆ, ਮੇਰੇ ਅੰਦਰ ਆ ਸਾਜਨ ਆ ਗਿਆ। ਕਹਿੰਦੇ ਜੇ ਮੇਰੇ ਕੋਲ ਅੰਦਰ ਸਾਜਨ ਆ ਗਿਆ ਮੈਂ ਪਰ ਘਰ ਕਿਉਂ ਜਾਵਾਂ। ਕੈਸੀ ਮਿਸਾਲ ਹੈ, ਇੱਕ ਬੀਬੀ ਹੈ ਆਪਣਾ ਘਰ ਛੱਡ ਕੇ ਦੂਸਰੇ ਦੇ ਘਰ ਜਾਂਦੀ, ਦੂਸਰੇ ਪਤੀ ਕੋਲ ਜਾਂ ਭਲਾ ਸਾਰਿਆਂ ਨੂੰ ਕਿ ਆਪਣੇ ਤੇਰੇ ਸਾਜਨ ਤੇਰੇ ਕੋਲ ਹੋਵੇ। ਪਰ ਘਰ ਆ ਦੇਵਤਿਆਂ ਨੂੰ ਪੂਜਣਾ, ਪਰ ਘਰ ਆ ਜੀਂਦੇ ਗੁਰੂ ਨੂੰ ਹੋਰ ਗੁਰੂ ਕਰਨਾ ਕੋਈ। ਪਰ ਘਰ ਹੈ ਸਾਰੀ ਬਾਣੀ ਦੇ ਵਿੱਚ ਵੀ ਐਡੇ ਵੱਡੇ ਰੱਬ ਨੂੰ ਛੱਡ ਕੇ ਬਾਕੀਆਂ ਕੋਲੋਂ ਦਾਨ ਮੰਗਣੇ, ਸਭ ਸਾਰਾ ਸਾਰੇ ਕਿਸੇ ਨੇ ਨਹੀਂ ਦੇਣਾ ਕੱਖ ਵੀ। ਅਸੀਂ ਇਹਦੇ ਤੇ ਹੋਰ ਖੋਲਦੇ ਆ ਵੀ ਉਹ ਜਿਹੜੀ ਪਾਵਰ ਹੈ ਉਹਨੂੰ ਧਿਆਨ 'ਚ ਰੱਖੋ। ਉਹ ਇਨਸਾਨ ਨਹੀਂ ਹੈ, ਉਹ ਸਤੇ ਗੁਰੂ ਹੈ। ਸਤੇ ਗੁਰੂ ਦਾ ਸੈਲਫ ਐਕਸਪਲੇਨੇਟਰੀ ਲਫ਼ਜ਼ ਹੈ। ਕਿਹੜਾ ਗੁਰੂ? ਜਿਹੜਾ ਸਤੇ ਹੈ। ਸਤੇ ਲਫ਼ਜ਼ ਐਸਾ ਹੈ ਜਿਹੜਾ ਸਤੇ ਹੈ, ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ। ਔਰ ਸਤੇ ਹੈ ਪਿੰਡਾਂ ਤੱਕ ਆਵਾਜ਼ ਪਹੁੰਚਾਉਣੀ, ਸਾਰੇ ਬੋਲਿਓ। ਸਤੇ ਕਹਿੰਦੇ ਜਿਹਦੀ ਸਦਾ ਹੀ ਹੋਂਦ ਹੈ, ਉਹ ਹੈ। ਤੋ ਸਤੇ ਮੈਨੇ ਕਦੀ ਨਾਮ ਨਾਲ ਜੁੜ ਜਾਂਦਾ ਹੈ, ਪਹਿਲਾ ਹੀ ਸਰੂਪ ਹੈ ਸਤੇ ਨਾਮ। ਮੰਮੇ ਨੂੰ ਵੀ ਔਂਕੜ ਹੈ, ਇਸ ਕਰਕੇ ਨਾਮ ਹੀ ਸਤ ਹੈ, ਸਦਾ ਰਹਿਣ ਵਾਲਾ। ਉਹ ਜਿਹੜਾ ਸਾਡਾ ਸਤਿਗੁਰੂ ਵਜੂਦ ਹੈ, ਪਾਵਰ ਹੈ, ਹਸਤੀ ਹੈ, ਜਿਹੜੀ ਸਾਰੇ ਮਜ਼ਹਬਾਂ ਦੀ ਸਾਂਝੀ ਹੈ, ਅਕਾਲ ਪੁਰਖ। ਮੁਸਲਮਾਨ ਅਸੀਂ ਕੁਰਾਨ ਸ਼ਰੀਫ ਸਟੱਡੀ ਕੀਤਾ ਸਾਰਾ, ਉਹਦੇ 'ਚ ਵੀ ਇਹ ਤਾਕਤ ਲੱਭ ਪਈ। ਉਹਦੇ 'ਚ ਇਹਨੂੰ ਕਹਿੰਦੇ ਆ ਰੱਬੇ ਔਲੀਅਨ। ਪਹਿਲਾ ਜਿਹੜਾ ਬਿਆਸੀ ਦੇ ਅੰਦਰ ਆਉਂਦਾ ਹੈ
ਔਰ ਬਾਈਬਲ ਚ ਇਹਨੂੰ ਹੋਲੀ ਗੋਸਟ ਕਿਹਾ। ਇਹ ਐਡਾ ਵੱਡਾ ਮਤਲਬ ਵਿੱਚ ਪਾਵਰ ਹੈ, ਜੋ ਮਰਜ਼ੀ ਕਰਾ ਲਓ ਇਹਦੇ ਕੋਲੋਂ, ਜੇ ਭੂਤਵਾਸ ਆ ਜਾਏ ਤੇ ਆਹ ਜਿਹੜਾ ਸਤਿਗੁਰ ਹੈ ਸਾਡੇ, ਇਹਨੂੰ ਸਤਿਗੁਰ ਕਿਹਾ ਹੈ। ਔਰ ਉਹ ਸਤਿਗੁਰ ਬਾਬਾ ਨਾਨਕ ਨਹੀਂ ਹੈ, ਨਾ ਕੋਈ ਕਿਤਾਬ ਹੈ, ਨਾ ਕਿਸੇ ਨੂੰ ਅਸੀਂ ਇਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਸ ਪਾਵਰ ਨੂੰ ਅਸੀਂ ਨਾਰਾਜ਼ ਕੀਤਾ, ਕਿਉਂਕਿ ਸਾਡੀ ਬਾਣੀ ਚ ਆਉਂਦਾ ਸਤਿਗੁਰ ਹੋਏ ਦਿਆਲ ਤਾਂ ਸਰਦਾ। ਗੁਰੂ ਨਾਨਕ ਨਹੀਂ ਲਿਖਿਆ, ਕੋਈ ਗੁਰੂ ਨਹੀਂ, ਕੋਈ ਬੰਦਾ ਨਹੀਂ, ਕੋਈ ਹੋਰ ਦੇਵਤਾ ਨਹੀਂ। ਸਤਿਗੁਰ ਹੋਏ ਦਿਆਲ ਤੋਂ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤੋਂ ਪੜ੍ਹੋ ਸਾਰਾ ਸ਼ਬਦ। ਉਹ ਸਤਿਗੁਰ ਨੂੰ ਅਸੀਂ ਨਾਰਾਜ਼ ਕੀਤਾ, ਕਿਉਂਕਿ ਉਹ ਰਾਸਤਾ ਜਿਹੜਾ ਦੱਸਦਾ ਨਾਮ ਜਪਣਾ ਉੱਤੇ ਤੇ ਕੋਈ ਚੱਲਦਾ ਨਹੀਂ। ਬਾਕੀ ਹੁਣ ਅਸੀਂ ਦਾਤ ਇਹਦੇ ਕੋਲ ਲੈਣੀ ਹੈ। ਸਤਿਗੁਰ ਉਸ ਪਾਵਰ ਨੂੰ ਧਿਆਨ 'ਚ ਰੱਖ ਕੇ ਮਹਾਰਾਜ ਦੀ ਬਾਣੀ ਆ ਰਹੀ ਹੈ। ਸਚ ਸਹਿਜ ਆਨੰਦ ਸਤੇ ਗੁਰੂ ਪਾਸ, ਸਚ ਸਹਿਜ ਆਨੰਦ ਸਤੇ ਗੁਰੂ ਪਾਸ, ਸਚ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਗੁਰੂ ਮਣੀਐ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਗੁਰੂ ਮਣੀ। ਕਹਿੰਦੇ ਜਿਹੜੇ ਸੱਪ ਦੇ ਸਿਰ ਤੇ ਹੁੰਦੀ ਹੈ ਮਣੀ, ਐਡੀ ਕੀਮਤੀ ਚੀਜ਼ ਮਣੀ, ਕਹਿੰਦੇ ਵੀ ਉਹ ਸਤਿਗੁਰ ਕੋਲ ਹੈ। ਸਤਿਗੁਰ ਪਾਸ ਸੱਚ, ਸੱਚ ਜਿਹਨੂੰ ਲੱਭਦੀ ਦੁਨੀਆ ਮਰ ਗਈ ਹੈ। ਸੱਚ ਹੈ ਆਦਿ ਸੱਚ ਜੁਗਾਦ ਸੱਚ, ਇਹ ਵੀ ਸਤਿਗੁਰ ਕੋਲ ਹੀ ਹੈ। ਸੱਚ ਸਹਿਜ ਦੀ ਅਵਸਥਾ, ਚੌਥੇ ਪਦ ਵਿੱਚ ਸਹਿਜ ਹੈ। ਸਹਿਜ ਐਡੀ ਵੱਡੀ ਅਵਸਥਾ, ਉਹ ਵੀ ਸਤਿਗੁਰੂ ਵੀ ਦੇਊਗਾ ਤੁਹਾਨੂੰ। ਸੱਚ ਸਹਿਜ ਆਨੰਦ, ਸਾਰਾ ਆਨੰਦ ਸਾਹਿਬ ਦਾ ਪਾਠ ਹੀ ਇਹਦੇ ਦੁਆਲੇ ਘੁੰਮਦਾ ਵੀ ਪਾਇਆ ਸਤਿਗੁਰੂ ਮੈਂ ਪਾਇਆ। ਸਹਿਜ ਛੇਤੀ ਸਹਿਜ, ਜਿਸ ਵੇਲੇ ਸਤਿਗੁਰੂ ਅੰਦਰ ਆ ਜਾਂਦਾ ਸੱਚ ਵੀ ਮਿਲ ਜਾਂਦਾ, ਸਹਿਜ ਵੀ ਦੀ ਅਵਸਥਾ ਵੀ ਆ। ਸੱਚ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਗੋਰਮਣੀਆਂ। ਗੋਰਮਣੀਆਂ ਹੈ ਸ਼ਬਦ ਜਿਹੜਾ ਜਪਦੇ ਆ, ਏਡੀ ਵੱਡੀ ਮਣੀ ਹੈ ਜਿਹਦੀ ਕੋਈ ਕੀਮਤ ਨਹੀਂ ਹੈ। ਸੱਚ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਜਪਦੇ ਹੋਈ ਹੈ। ਸੱਚ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਗੁਰੂ ਮਣੀਐ ਸੱਚ ਸਹਿਜ ਆਨੰਦ ਸਤੇ ਗੁਰੂ ਪਾਸ, ਸੱਚੀ ਗੁਰੂ ਮਣੀਐ। ਜੋ ਬੋਲੇ ਪੂਰਾ ਸਤੇ ਗੁਰੂ ਪਰਮੇਸ਼ਰ ਸੁਣਿਆ, ਜੋ ਬੋਲੇ ਪੂਰਾ ਸਤੇ ਗੁਰੂ ਪਰਮੇਸ਼ਰ ਸੁਣਿਆ। ਸਭ ਵਡਿਆਈਆਂ ਸਾਹਿਬੇ ਨਹੀਂ ਜਾਏ ਗਣੀਆਂ, ਇਹ ਸਭ ਬਾਬੇ ਨਾਨਕ ਦੇ ਅੰਦਰ ਪਹਿਲਾਂ ਆਇਆ ਤੇ ਉਹ ਪੁਕਾਰ ਉੱਠੇ, ਸਾਜਨ ਹੋ ਬਨੇ ਆਪਣੇ ਕਿਉਂ ਪਾਰੀ ਮਾਰੀ ਜਾਏ, ਸਾਜਨ ਹੋ ਬਨੇ ਆਪਣੇ ਕਿਉਂ ਪਾਰੀ ਮਾਰੀ ਜਾਏ। ਸਾਜਨ ਰਾਤੇ ਸੱਚ ਕੇ ਸੰਗ ਸਦਾ ਮਨ ਦੇ ਵਿੱਚ ਆ ਗਿਆ। ਸਾਜਨ ਰਾਤੇ
ਕਰ ਲਏ, ਧਰਮ ਕਰ ਲਏ ਸਾਰੇ, ਜੇ ਸਾਜਨ ਅੰਦਰ ਆ ਗਿਆ। ਸਾਜਨ ਰਾਤੇ ਸੱਚ ਦੇ, ਸਾਜਨ ਰਾਤੇ ਸੱਚ ਦੇ। ਰੱਤਾ ਸਭ ਤੋਂ ਉੱਚੀ ਸਟੇਜ, ਸਪਿਰਿਚੁਅਲ ਸਟੇਜ ਅੰਦਰ ਪਹਿਲਾਂ ਰੰਗ ਚੜੇਗਾ, ਰੰਗਣ ਤੋਂ ਬਾਅਦ ਵੀ ਸਭ ਤੋਂ ਉੱਚੀ ਸਟੇਜ ਰੱਤੇ ਦੀ ਹੈ। ਰੱਤੇ ਕੀ ਹੈ? ਰੱਤੇ ਸੇਈ ਜੇ ਮੁਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈਂ, ਬਾਕੀ ਰਾਹ 'ਚ ਚੜ ਜਾਂਦੇ ਆ, ਚੜ ਪੈਂਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਤੇ ਉਹ ਸਾਜਨ ਹੈ ਜਿਹੜਾ, ਉਹ ਕਹਿੰਦੇ ਸਾਜਨ ਰਾਤੇ ਸੱਚ ਦੇ, ਸਾਜਨ ਰਾਤੇ ਸੱਚ ਦੇ। ਉਹ ਬਾਹਰ ਨਹੀਂ ਮਿਲਣਾ, ਤੇ ਮੇਰੇ ਅੰਦਰ ਆ ਗਿਆ। ਬਾਬਾ ਨਾਨਕ ਕਹਿੰਦਾ ਸਾਜਨ ਰਾਤੇ ਸੱਚ ਦੇ ਸੰਗੇ ਮਨ ਮਾਈ, ਸਾਜਨ ਰਾਤੇ ਸੱਚ ਦੇ ਸੰਗੇ ਮਨ ਮਾਈ। ਮਨ ਮਾਹੇ ਸਾਜਨ ਕਰੇ ਰਹੀਆਂ, ਮਨ ਮਾਹੇ ਸਾਜਨ ਕਰੇ ਰਹੀਆਂ। ਧਰਮ ਧਰਮ ਸਮਾਇਆ, ਧਰਮ ਸਮਾਇਆ। ਆ ਕੱਟਣ ਲੱਗੇ 68 ਤੀਰਥ ਹੁਣ, 68 ਤੀਰਥ ਪੁੰਨ ਪੂਜਾ, 68 ਤੀਰਥ ਪੁੰਨ ਪੂਜਾ। ਨਾਮ ਸਾਚਾ ਪਾਇਆ, ਨਾਮ ਸਾਚਾ ਪਾਇਆ, ਨਾਮ ਸਾਚਾ ਪਾਇਆ, ਨਾਮ ਸਾਚਾ ਪਾਇਆ। ਆਪੇ ਸਾਜੇ ਥਾਪੇ ਵੇਖੈ, ਆਪੇ ਸਾਜੇ ਥਾਪੇ ਵੇਖੈ। ਕਿਸੇ ਭਾਣਾ ਪਾਇਆ, ਕਿਸੇ ਭਾਣਾ ਪਾਇਆ। ਚਾਰ ਤੁਕਾਂ ਤੋਂ ਬਾਅਦ ਪੰਜਾ ਆਇਆ ਅੱਗੇ, 2 ਡੰਡੀਆਂ। ਪੰਜਾ ਹਲੀ ਬੰਦ ਖਤਮ ਨਹੀਂ ਹੋਇਆ ਹੈ। ਇਹ ਸਾਰਾ ਮਜਮੂਨ 4 ਲਾਈਨਾਂ ਦਾ ਪੰਜਾ ਜਿੱਥੇ ਲਿਖਿਆ ਉੱਥੇ ਆਣ ਕੇ ਖਤਮ ਹੋਣਾ। ਪਹਿਲੀਆਂ ਲਾਈਨਾਂ ਅਸੀਂ ਗਾ ਚੁੱਕੇ ਹਾਂ, ਇਕੱਠੀਆਂ ਗਾਉਣੀਆਂ ਹੈ। ਇਸ ਕਰਕੇ ਹਲੀ ਸਬਜੈਕਟ ਮੁੱਕਾ ਨਹੀਂ ਆ। ਮਾਰੀ ਕਹਿੰਦਾ ਕੀ ਸੀ ਆਹ, ਸਾਜਨ ਰਾਂਗੇ ਰੰਗੀ ਲੜੇ, ਸਾਜਨ ਸਾਜਨ ਰਾਂਗੇ ਰੰਗੀ ਲੜੇ, ਰੰਗ ਲਾਲ ਬਣਾਇਆ, ਸਾਜਨ ਰਾਂਗੇ ਰੰਗੀ ਲੜੇ, ਰੰਗ ਲਾਲ ਬਣਾਇਆ। ਜਦੋਂ ਗੁਰੂ ਨਾਨਕ ਆਪ ਗਾਉਂਦਾ ਹੋਣਾ, ਅੰਦਰ ਦੀ ਹਾਲਤ ਹੈ। ਸ਼ਬਦ ਕੀ ਹੈ? ਗੁਰੂਆਂ ਦੀ ਆਟੋਬਾਇਓਗ੍ਰਾਫੀ ਹੈ। ਉਹਨਾਂ ਮਤਲਬ ਕਹਾਣੀਆਂ ਬਣਾਉਣੀਆਂ ਝੂਠੀਆਂ, ਸਾਰਾ ਇਤਿਹਾਸ ਗਲਤ ਹੈ। ਜੋ ਉਹਨਾਂ ਦੀ ਸ਼ਬਦ ਆ, ਉਹਨਾਂ ਦਾ ਜੀਵਨ ਏਦਾਂ ਦਾ ਸੀ ਜਿੱਦਾਂ ਉਹ ਸ਼ਬਦ ਲਿਖ ਰਹੇ ਹੈ। ਆਓ ਪਹਿਲਾਂ 4 ਲਾਈਨਾਂ ਪੜ੍ਹ ਲਈਏ। ਸਾਜਨ ਹੋ, ਉਸ ਤੱਕ ਨੂੰ ਆਪਣੇ ਖਿਆਲ 'ਚ ਰੱਖੋ। ਸਤਿਗੁਰੂ ਅੰਦਰ ਆ ਗਿਆ ਉਹਨਾਂ ਦੇ। ਸਾਜਨ ਹੋਵਨ ਆਪਣੇ ਕਿਉਂ ਪਰ ਜਾਏ। ਅਸੀਂ ਆਪਣੇ ਸਾਜਨ ਨੂੰ ਛੱਡ ਕੇ ਭਾਈ ਕਈਆਂ ਥਾਂ ਸੁਪਨਾ, ਕਈ ਥਾਂ ਜਾਣਾ ਸਿੱਖ ਹੋਇਆ। ਜੋ ਬਾਬੇ ਨਾਨਕ ਦੇ ਅੰਦਰ ਆਇਆ, ਉਹ ਤੁਹਾਡੇ ਕੋਲ ਆਪਣਾ ਸਾਜਨ ਉਹਨੂੰ ਬਣਾਓ, ਉਹਦੇ ਕੋਲ ਸਾਰੀਆਂ ਚੀਜ਼ਾਂ ਮੰਗੋ। ਸਾਜਨ ਹੋਵਨ ਆਪਣੇ ਕਿਉਂ ਪਰ ਜਾਏ, ਸਾਜਨ ਹੋਵਨ ਆਪਣੇ ਕਿਉਂ ਪਰ ਜਾਏ। ਇਹ ਸਾਜਨ ਰਾਤੇ ਸੱਚ ਦੇ, ਸਾਜਨ ਰਾਤੇ ਸੱਚ ਦੇ। ਉਹ ਬਾਹਰ ਨਹੀਂ, ਉਹ ਮੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਬੜੇ ਪਿਆਰ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਸਿਰ ਤੇ ਚੁੱਕੇ ਸੀਗੇ। ਸਾਰਾ ਸ਼ਬਦ ਪੜ੍ਹਦੇ ਆ, ਪਰ ਕਦੀ ਕਿਸੇ ਨੇ ਸੋਚਿਆ ਨਹੀਂ ਗੁਰ ਆਮ ਗੁਰ ਨਹੀਂ ਹੈ। ਰਾਰੇ ਨੂੰ ਔਂਕੜ ਉੱਥੇ ਉਹੀ ਗੁਰ ਤਾਕਤ ਹੈ। ਉਹੀ ਜਿਹੜਾ ਗੁਰ ਈਸ਼ਰ, ਗੁਰ ਗੋਰਖ ਬਰਮਾ, ਗੁਰ ਸਾਡੇ ਲਈ ਆ ਗੁਰ ਜਿਹੜੇ ਔਂਕੜ ਹੈ। ਗੁਰ ਦੇ ਗੱਗੇ ਨੂੰ ਔਂਕੜ, ਰਾਰੇ ਨੂੰ ਔਂਕੜ, ਉਹ ਗੁਰ ਹੈ। ਉਹ ਸਾਡੇ ਲਈ, ਅਸੀਂ ਕਿਸੇ ਦੇਵਤੇ ਨੂੰ ਮੰਨਣ ਵਾਲੇ,
ਅਸੀਂ ਇਸ ਗੁਰ ਨੂੰ ਮੰਨਣ ਵਾਲੇ ਹਾਂ। ਸਾਡੇ ਲਈ ਇਹੋ ਈਸ਼ਵਰ ਗੋਰਖ ਬ੍ਰਹਮਾ ਹੈ। ਇਸ ਕਰਕੇ ਗੁਰ ਹੀ ਐਸੀ ਚੀਜ਼ ਹੈ ਜਿਹੜੀ ਕਿ ਬਾਬੇ ਨਾਨਕ ਦੇ ਅੰਦਰ ਆਈ। ਇਹੋ ਹੀ ਸੱਜਣ ਗੁਰ ਕੀ ਹੈ? ਬਾਬਾ ਨਾਨਕ ਆਪਣੀ ਕਰਮ ਨਾਲ ਆਪ ਲਿਖਦਾ, ਇਹ ਤਾਂ ਮੇਰੇ ਅੰਦਰ ਤੱਤ ਵਸਤੂ ਆ ਗਈ ਦੁਨੀਆ ਦੀ ਤੱਤ। ਔਰ ਇਹ ਮਾਇਆ ਤੂੰ ਰਹਿਤ ਹੈ ਨਿਰੰਜਨ। ਅੰਜਨ ਮਾਇਆ, ਨਿਰੰਜਨ ਜਿਹੜਾ ਮਾਇਆ ਤੂੰ ਪਰੇ ਹੋਵੇ, ਐਸੀ ਪਾਵਰ ਆ ਗਈ ਮੇਰੇ ਅੰਦਰ। ਤਤ ਨਿਰੰਜਨ ਔਰ ਇਹ ਜੋਤ ਸਵਾਈ, ਜੋਤ ਸਰੂਪੀ ਹੈ। ਤਤ ਨਿਰੰਜਨ ਜੋਤ ਸਵਾਈ ਔਰ ਇਹੋ ਵੱਡਾ ਭਾਰਾ ਮੰਤਰ ਜੋ ਰਿਸ਼ੀਆਂ ਤੇ ਸੋਹੰਗ, ਇਹ ਵੀ ਉਹੀ ਹੈ। ਇਹ ਮੇਰੀ ਤਾਕਤ ਕੀ ਮੇਰੇ ਅੰਦਰ ਆ ਗਈ। ਤਤ ਨਿਰੰਜਨ ਜੋਤ ਸਵਾਈ ਸੋਹੰਗ, ਭੇਦ ਨਾ ਕੋਈ ਜਿਉ। ਇਹ ਕੀ ਆ ਗਿਆ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਾਬਾ ਨਾਨਕ ਇਸ ਨੂੰ ਕਹਿੰਦਾ ਵੀ ਇਹ ਮੇਰੇ ਸੰਗ ਹੈ। ਗੁਰ ਮੇਰੇ ਸੰਗ ਹੈ ਸਦਾ ਹੈ, ਸਿੱਖ ਦੇ ਅੰਦਰ ਪ੍ਰਗਟ ਹੋਣਾ ਹੋ। ਇਸ ਕਰਕੇ ਉਹ ਸਦਾ ਨਾਲ ਆਇਆ, ਉਹ ਵਿਛੜਦਾ ਨਹੀਂ ਹੈ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੈ, ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਇਹ ਗੁਰੂ ਕੋਈ ਨਹੀਂ ਹੈ, ਉਹ ਪਾਵਰ ਹੈ। ਸਾਹਿਬ ਮੇਰਾ ਗੁਰੂ ਅਮਰਦਾਸ ਸਾਹਿਬ ਕਹਿ ਰਹੇ, ਉਹ ਗੈਰ ਹਾਜ਼ਰ ਨਹੀਂ ਹੈ ਕਦੀ ਵੀ। ਸਾਹਿਬ ਮੇਰਾ ਸਦਾ ਹੈ, ਉਹਨੂੰ ਦੇਖ ਵੀ ਸਕਦਾ। ਦਿਸੈ ਸ਼ਬਦ ਕਮਾਏ, ਉਹ ਆਹੋ ਕਦੀ ਹੈਗਾ ਤੇ ਕਦੀ ਨਹੀਂ ਹੈਗਾ, ਉਹ ਸਦਾ ਹੀ ਹੈ। ਸਾਹਿਬ ਮੇਰਾ ਸਦਾ ਹੈ, ਪਰ ਦਿਸੇ ਸ਼ਬਦ ਕਮਾਏ, ਉਹ ਹੋਣੀ ਕਦੇ ਨਹੀਂ ਵੇ, ਉਹ ਹੋਣੀ ਕਦੇ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਅਗਲੀ ਲਾਈਨ ਚੱਲੀ, ਮਨ ਮਾਹੇ ਸਾਜਨ ਤੁਹਾਡੇ ਅੰਦਰ ਹੀ ਸਭ ਕੁਝ ਹੋਣਾ ਹੈ, ਬਾਹਰ ਕੱਖ ਨਹੀਂ ਹੋਣਾ। ਇਸ ਬਾਡੀ ਦੇ ਅੰਦਰ ਹੀ ਸਭ ਕੁਝ ਹੋਣਾ। ਮਨ ਮਾਹੇ ਸਾਜਨ ਕਰੇ, ਇੱਕ ਕਰਮ ਧਰਮ ਸਭਾਇਆ, ਸਾਰੇ ਕਰਮ ਕਰ ਲਏ, ਸਾਰੇ ਮੈਂ ਧਰਮ ਕਰ ਲਏ। ਜੋ ਸੱਜਣ ਮੇਰੇ ਅੰਦਰ ਆ ਗਿਆ ਤੇ ਮਨ ਮਾਹੇ ਸਾਜਨ ਕਰੇ, ਇੱਕ ਸੱਠ ਤੀਰਥ ਪੂਰਨ ਪੂਰਾ, ਲੰਘ ਜਾਂਦਾ ਤੀਰਥਾਂ ਤੇ 68 ਤੀਰਥਾਂ ਤੇ ਮਨ ਆਈ ਹੈ ਸਭ ਕੁਝ ਤੂੰ ਪਾ ਲਏਗਾ ਜੇ ਆ ਬਾਬੇ ਦੀ ਲਾਈਨ ਸਮਝ ਗਿਆ ਤੇ। 68 ਤੀਰਥ ਨਾਮ ਦੇ ਮੰਮੇ ਨੂੰ ਔਂਕੜ ਹੈ, ਕਿਸੇ ਦੇਵਤੇ ਦਾ ਨਾਮ ਨਹੀਂ ਹੈ। ਮੰਮੇ ਨੂੰ ਔਂਕੜ ਕਰਕੇ ਹਾਈਲਾਈਟ ਨਾਮ ਨੂੰ ਕਰ ਗਏ ਵੀ ਸਿਰਫ ਅਕਾਲ ਪੁਰਖ ਦਾ ਇੱਕ ਨਾਮ, ਨਾਮ ਸਾਚਾ ਪਾਇਆ, ਇਹ ਨਾਮ ਸਾਚਾ ਪਾਇਆ। ਉਹ ਸਭ ਕੰਮ ਆਪ ਕਰੇਗਾ, ਫਿਰ ਆਪੇ ਸਾਚੇ ਆਪੇ
ਸਾਜਨ ਰਾਂਗੇ ਰੰਗੀਲੜੇ ਰੰਗ ਲਾਲ ਬਣਾਇਆ ਸਾਜਨ ਰਾਂਗੇ ਰੰਗੀਲੜੇ ਰੰਗ ਲਾਲ ਬਣਾਇਆ। ਬਾਬਾ ਨਾਨਕ ਆਪਣੀ ਫੋਟੋ ਆਪ ਖਿੱਚ ਲਿਆ ਵੀ ਮੈਂ ਇਦਾਂ ਦਾ ਸੀ। ਇੱਥੇ ਬਾਬੇ ਨਾਨਕ ਦੀਆਂ ਇੰਨੀਆਂ ਫੋਟੋ ਬਣਾਈ ਜਾਂਦੇ ਆ, ਕਦੀ ਮਾਲਾ ਪਵਾ ਦਿੰਦੇ, ਕਦੀ ਫਿਰ ਐਂ ਹੱਥ ਕਰਕੇ ਆ ਬਾਬਾ ਇਦਾਂ ਸੀ। ਬਾਬਾ ਆਪਣੀ ਫੋਟੋ ਆਪ ਦੇ ਰਿਹਾ, ਆਪਣੀ ਬਾਣੀ 'ਚ ਸੱਚ ਥਾਂ ਥਾਂ ਐਲਾਨ ਕਰ ਰਹੇ ਆ ਇੰਟਰਨੈਟ ਤੇ। ਉਹ ਸੰਭਲੋ ਇਹ ਸਭ ਝੂਠੀਆਂ ਫੋਟੋ ਆ। ਬਾਬੇ ਨੇ ਆਪਣੇ ਆਪ ਬੁਰਸ਼ ਮਾਰ ਕੇ ਲਫ਼ਜ਼ਾਂ ਦੇ ਆਪ ਫੋਟੋ ਦਿੱਤੀ ਹੈ। ਨਾ ਮੈਲਾ ਨਾ ਧੁੰਦਲਾ, ਇਹ ਨਾ ਮੈਂ ਮੈਲਾ ਹੀ ਹੈ ਮੇਰਾ ਮਨ, ਨਾ ਇਹ ਧੁੰਦਲਾ ਜਿਹਾ ਜਿਹੜਾ ਬਾਥਰੂਮਾਂ 'ਚ ਸ਼ੀਸ਼ੇ ਲੱਗੇ ਹੁੰਦੇ, ਨਾ ਏਦਾਂ ਦਾ ਮੇਰਾ ਮਨ ਹੈ ਸਾਫ ਸੁਥਰਾ ਮੇਰਾ ਮਨ ਹੈ। ਨਾ ਮੈਂ ਮੇਰੇ ਕੱਪੜੇ ਨਹੀਂ ਪਾਉਂਦਾ, ਸੁਣ ਸਾਫ ਸੁਥਰਾ ਰਹਿਣਾ, ਮੇਰਾ ਮਨ ਵੀ ਏਦਾਂ ਦਾ। ਨਾ ਮੈਲਾ ਨਾ ਧੁੰਦਲਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਮੈਂ ਭਗਵੇਂ ਨਹੀਂ ਕੱਪੜੇ ਪਾਉਂਦਾ। ਬਾਬਾ ਨਾਨਕ ਦੇ ਸਾਰੀ ਉਮਰ ਉਹ ਗੇਰੂ ਰੰਗ ਦੇ ਕੱਪੜੇ, ਸਾਰਾ ਜਿੰਨਾ ਦੇਖਿਆ ਬਾਬੇ ਦੀ ਫੋਟੋ ਬਣਾਤੀ। ਉਹ ਕਹਿੰਦਾ ਉਹ ਮੈਂ ਭਗਵੇਂ ਕੱਪੜੇ ਨਹੀਂ ਪਾਉਂਦਾ, ਮੈਂ ਸਿੱਧਾ ਆਰਡੀਨਰੀ ਬੰਦੀਆਂ ਨੂੰ ਰਹਿਣਾ। ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕਾਸ। ਆ ਗਿਆ ਨਾਨਕ ਲਾਲੋ ਲਾਲ ਹੈ ਇਹ ਸੱਚੇ ਮੈਂ ਲਾਲੋ ਲਾਲ ਹੈ। ਕਿਉਂ? ਮੇਰਾ ਅੰਦਰਲਾ ਜਿਹੜਾ ਸਾਜਨ ਆਇਆ ਉਹਨੇ ਮੈਨੂੰ ਇਹ ਸਭ ਕੁਛ ਕੀਤਾ। ਇਹ ਸਾਜਨ ਰੰਗ ਰੰਗੀਲੇ ਰੰਗ ਲਾਲ ਬਣਾਇਆ, ਇਹ ਸਾਜਨ ਰੰਗ ਰੰਗੀਲੇ ਰੰਗ ਲਾਲ ਬਣਾਇਆ। ਮਹਾਰਾਜ ਮਜ਼ਮੂਨ ਬਦਲਣ ਲੱਗੇ। ਹੁਣ ਮਹੱਲਾ ਪਹਿਲਾ ਕਹਿੰਦਾ ਆ ਜਿਹੜਾ ਸਾਜਣ ਹੈ ਇਹਨੂੰ ਆਗੂ ਕਰ, ਇਹਨੂੰ ਲੀਡਰ ਕਰ, ਇਹ ਤੇਰਾ ਸਤਿਗੁਰੂ ਹੈ ਸਭ ਕੁਝ ਕਰਨ ਵਾਲਾ। ਹੁਣ ਜੇ ਬੜੀ ਭਾਰੀ ਟੀਮ ਜੰਗਲ 'ਚ ਜਾ ਰਹੀ ਹੈ, ਸਾਰੀ ਉਹ ਜੇ ਆਗੂ ਹੀ ਲੀਡਰ ਹੀ ਅੰਨਾ ਹੋਵੇ ਤੇ ਬਾਕੀ ਟੀਮ ਨੂੰ ਤੇ ਲੈ ਮਰੂ ਨਾ ਸਾਰੀ ਨੂੰ। ਆਗੂ ਕਿਹਨੂੰ ਕਰਨਾ? ਆਗੂ ਸ਼ਬਦ ਹੈ ਸਾਡੇ ਜਿਹੜੇ ਕਿ ਗਿਆਨ ਦੇ ਰਹੇ ਨੇ। ਆਗੂ ਉਹ ਸਤਿਗੁਰੂ ਹੈ, ਨਾ ਕੋਈ ਗੁਰੂ ਹੈ ਨਾ ਕੋਈ ਕੁਛ ਹੈ। ਮਹਾਰਾਜ ਕਹਿੰਦਾ ਜੇ ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੇ, ਉਹਨੂੰ ਰਾਸਤੇ ਦਾ ਪੱਧਰੇ ਦਾ ਕੀ ਪਤਾ ਵੀ ਕਿੱਧਰ ਨੂੰ ਜਾਣਾ। ਉਹ ਤੇ ਆਪ ਜੇ ਇੱਕ ਅੰਨਾ ਬੰਦਾ ਹੋਵੇ, ਕਹਿੰਦੇ ਉਹ ਜੰਗਲੀ ਕੱਪੜੇ ਲਾ ਲੈਂਦੇ ਆ, ਮੈਂ ਤੁਹਾਨੂੰ ਕਿ ਸੌਖਾ ਰਾਸਤਾ ਦੱਸਦਾ, ਉਧਰੋਂ ਦੀ ਜਾਓ। ਰਾਸਤਾ ਉਹਨੇ ਕਿ ਪਾਉਣਾ ਸੀ, ਉਸੇ ਰਾਸਤੇ ਤੇ ਪੈ ਗਿਆ ਤੇ ਪੈ ਕੇ ਤੇ ਮਗਰੋਂ ਉੱਥੇ ਵੀ ਲੁੱਟੇ ਗਏ ਸਾਰੇ। ਜਿਹੜੇ ਫਾਲੋਅਰ ਦਾ ਅੰਧਾ ਆਗੂ, ਅਸੀਂ ਸਿਰਫ ਸਤਿਗੁਰੂ ਨੂੰ ਆਗੂ ਮੰਨਦੇ ਹਾਂ, ਉਸ ਐਡੀ ਵੱਡੀ ਤਾਕਤ ਨੂੰ। ਬਾਕੀ ਮਹਾਰਾਜ ਹੁਣ ਆ ਮਜਬੂਰ ਕਹਿਣ ਲੱਗੇ ਅੰਧਾ ਆਗੂ ਜੇ ਥੀਆ, ਇਹ ਅੰਧਾ ਆਗੂ ਜੇ ਥੀਆ, ਅੰਧਾ ਆਗੂ ਜੇ ਥੀਆ ਕਿਉਂ ਪਾਦਰ ਜਾਣੇ। ਇਹ ਅੰਧਾ ਆਗੂ ਜੇ ਥੀਆ ਕਿਉਂ ਪਾਦਰ ਜਾਣੇ। ਮੁੱਸੇ ਕਹਿੰਦੇ ਲੁੱਟੇ ਜਾਣ ਨੂੰ, ਸਾਰਾ ਸਾਥ ਵੀ ਉਹਦੇ ਪੈਰੋਕਾਰ ਵੀ ਸਭ ਲੁੱਟੇ ਜਾਣਗੇ। ਆਪੇ ਮੁੱਸੇ ਮਤ ਹੋਛੀਐ ਕਿਉਂ ਰਾਹ ਪਜਾਣੇ। ਆਪੇ ਮੁੱਸੇ ਮਤ ਹੋਛੀਐ ਕਿਉਂ ਰਾਹ ਪਜਾਣੇ। ਕਿਉਂ ਰਾਹੇ ਜਾਵੇ ਮਹਿਲ ਪਾਵੇ, ਉਹ ਅੰਦਰਲੇ ਮਹਿਲ ਤੱਕ ਨਹੀਂ ਪਹੁੰਚ ਸਕਦੇ ਅੰਨੇ ਬੰਦੇ। ਕਿਉਂ ਰਾਹੇ ਜਾਵੇ ਮਹਿਲ ਪਾਵੇ, ਅੰਦਰ ਕੀ ਮਰਤੇ ਅੰਦਰੀ। ਉਹਨਾਂ ਦਾ ਜਿੰਨਾ ਗਿਆਨ ਹੈ, ਜਿਹੜਾ ਤੇ ਦੇਵਤਿਆਂ ਜਿੰਨਾ ਤੁਸੀਂ ਕਿਸੇ ਅਕਾਲ ਪੁਰਖ ਨੂੰ ਛੱਡ ਕੇ ਪਰ ਕਰ ਜਾਓਗੇ, ਹੋਰ ਗੁਰੂ ਕਰੋ, ਕੋਸ਼ ਕਰ ਲਓ,
ਐਸ ਗਿਆਨ ਤੋਂ ਬਗੈਰ ਜਿਹੜਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਾਬਾ ਨਾਨਕ ਕਹਿੰਦਾ ਸਭ ਕੁਝ ਸ਼ਬਦ ਸਾਡਾ ਕਰੇਗਾ। ਇੱਕ ਗਿਆਨ ਦੇਣ ਵਾਲਾ ਸ਼ਬਦ ਹੈ, ਇੱਕ ਜਪਣ ਵਾਲਾ ਸ਼ਬਦ ਹੈ। ਜਿਹੜਾ ਜਪਣ ਵਾਲਾ ਸ਼ਬਦ ਹੈ ਉਹ ਮੋਢਾ, ਉਹਦੇ ਨਾਲ ਹੀ ਸਾਨੂੰ ਰਾਹ ਦਾ ਪਤਾ ਲੱਗਣਾ। ਪਰ ਗਿਆਨ ਜਿਹੜਾ ਸਾਰਾ ਸ਼ਬਦਾਂ 'ਚ ਦਿੱਤਾ ਹੈ ਉਹਦੇ ਨਾਲ ਅਸੀਂ ਉਹ ਰਾਸਤਾ ਕੱਢਣਾ ਹੈ। ਕਿਉਂ ਰਾਹ ਜਾਵੇ ਮਹਿਲ ਪਾਵੇ ਅੰਬ ਕੀਮਤ ਅੰਦਰੀ। ਕਿਉਂ ਰਾਹ ਜਾਵੇ ਮਹਿਲ ਪਾਵੇ ਅੰਬ ਕੀਮਤ ਅੰਦਰੀ। ਵਾਹ ਸਤਿਗੁਰ ਦੀ ਬਾਣੀ ਤੋਂ ਬਾਅਦ ਬਾਕੀ ਜਿੰਨਾ ਗਿਆਨ ਹੈ ਉਹ ਸਾਰਾ ਅੰਨਾ ਹੈ। ਅੰਨਿਆਂ ਨੂੰ ਕੀਤਾ ਅੰਨਿਆਂ ਕਰ ਰਹੇ ਨੇ। ਕਿਉਂ ਰਾਹੇ ਜਾਵੇ ਉਹ ਮਹਿਲ ਨਹੀਂ ਪਾ ਸਕਦੇ ਜਿੱਥੇ ਬਾਣੀ ਆਈ ਮਹੱਲਿਆਂ ਨੂੰ। ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਨ ਕੀਮਤ ਅੰਦਰੀ। ਬਿਨ ਨਾਮ ਹਰ ਕੇ ਕੱਛ ਨ ਸੂਝੈ। ਬਿਨ ਨਾਮ ਹਰ ਕੇ ਕੱਛ ਨ ਸੂਝੈ। ਅੰਧ ਅੰਧ ਕਹਿੰਦੇ ਅੰਨੇ ਨੂੰ, ਬੂਢੋ ਕਹਿੰਦੇ ਡੁੱਬਣ ਨੂੰ, ਤੇ ਧੰਦੜਿਆਂ 'ਚ ਸਾਰਾ ਬਾਕੀ ਤੁਹਾਨੂੰ ਡੁਬੋ ਦੇਣਗੇ ਜਿਹੜੇ ਬਾਕੀ ਤੁਸੀਂ ਗੁਰੂ ਕਰ ਰਹੇ ਹੋ। ਬਿਨ ਨਾਮ ਹਰ ਕੇ ਕੱਛ ਨ ਸੂਝੈ। ਦਿਨ ਰਾਤੇ ਚਾਨਣ ਚਾਉ ਤੋੜੇ ਦੀਆਂ ਤੁਕਾਰੀਆਂ ਨਿਚੋੜ ਕੱਢ ਰਿਹਾ ਬਾਬਾ ਨਾਨਕ ਹੁਣ। ਦਿਨ ਰਾਤੇ ਚਾਨਣ ਚਾਉ ਸ਼ਬਦ ਗੁਰ ਕਾ ਮਨ ਵਸੈ। ਸ਼ਬਦ ਗੁਰ ਕਾ ਮਨ ਵਸੈ। ਸ਼ਬਦ ਗੁਰ ਕਾ ਮਨ ਵਸੈ। ਕਰ ਜੋੜ ਗੁਰ ਕੈ ਕਰ ਬਿਨਤੀ। ਕਰ ਜੋੜ ਗੁਰ ਕੈ ਕਰ ਬਿਨਤੀ। ਰਾਹੋ ਪਾਤ ਗੁਰ ਵਸੈ। ਤਪ ਸੰਜਮ ਕਰਮ ਜਾਨ ਨਾਮ ਜਪੀ ਪ੍ਰਭ ਤੇਰਾ। ਆਇਆ ਗੁਰ ਹੁਣ ਗੁਰ ਪਰਮੇਸ਼ਰ ਨਾਨਕ ਭੇਟਿਆ। ਸ਼ਬਦ ਕਿਹਦਾ ਹੈ? ਗੁਰੂ ਨਾਨਕ ਦਾ ਹੀ ਸ਼ਬਦ ਹੈ। ਆਪਣੇ ਆਪ ਨੂੰ ਥੋੜਾ ਕਹਿ ਸਕਦੇ। ਕਹਿੰਦੇ ਮੈਂ ਤੇ ਗੁਰ ਪਰਮੇਸ਼ਰ ਨਾਨਕ ਭੇਟਿਓ। ਔਰ ਸਾਰਿਆਂ ਨੂੰ ਔਂਕੜ ਹੈ। ਗੁਰ ਦੇ ਰਾਰੇ ਨੂੰ ਔਂਕੜ, ਪਰਮੇਸ਼ਰ ਦੇ ਰਾਰੇ ਨੂੰ ਔਂਕੜ ਸਾਰਾ। ਔਰ ਨਾਨਕ ਨੇ ਭੇਟਿਆ ਕੱਕੇ ਨੂੰ ਔਂਕੜ। ਇਸ ਕਰਕੇ ਗੁਰ ਪਰਮੇਸ਼ਰ ਨਾਨਕ ਭੇਟਿਆ। ਸਾਧਨਾ ਸਾਚੇ ਸਭ ਦੇ ਉਹ ਸ਼ਬਦ ਕੀ ਹੈ? ਵਾਹਿਗੁਰੂ 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 ਵਾਹਿਗੁਰੂ। ਕਰ ਜੋੜ ਗੁਰ ਕੈ ਕਰ ਬੇਨੰਤੀ। ਕਰ ਜੋੜ ਗੁਰ ਕੈ ਕਰ ਬੇਨੰਤੀ। ਕਰ ਜੋੜ ਕੇ ਕੀ ਹੈ ਵੀ ਮੈਂ ਬੇਨਤੀ ਰੂਪ ਹੋ ਕੇ ਹੰਬਲ ਹੋ ਕੇ ਨਾਮ ਜਪ ਰਿਹਾ। ਉਹ ਤੱਕ ਮੇਰੇ ਅੰਦਰ ਹੀ ਆਉਣੀ ਹੈ। ਮੈਂ ਬਹੁਤ ਗਰੀਬੀ 'ਚ ਨਾਮ ਜਪਿਆ ਹੈ। ਅਕਾਲ ਪੁਰਖ ਤੂੰ ਮੈਨੂੰ ਤੇ ਮਿਹਰ ਕਰ। ਤੇ ਬੇਨਤੀ ਰੂਪ ਹੋ ਕੇ ਨਾਮ ਜਪਣ ਨੂੰ ਕਹਿੰਦੇ ਆ ਕਰ ਜੋੜੇ ਗੁਰ ਕੈ ਕਰ ਬੇਨੰਤੀ। ਹੁਣ ਬਾਬੇ ਨਾਨਕ ਦਾ ਸ਼ਬਦ ਆ ਕਿ ਉਹਦਾ ਬਾਬੇ ਨਾਨਕ ਦਾ ਕਿਹੜਾ ਗੁਰ ਸੀ? ਕਰ ਜੋੜ ਗੁਰਪਾ ਬਾਬੇ ਨਾਨਕ ਤੋਂ ਪਹਿਲਾਂ ਤੇ ਗੁਰ ਪ੍ਰਣਾਲੀ ਚੱਲਦੀ ਨਹੀਂ ਸਾਡੀ। ਇਸ ਕਰਕੇ ਉਹਦਾ ਗੁਰ ਪਰਮੇਸ਼ਰ ਸੀ। ਕਰ ਜੋੜ ਗੁਰ ਕੈ ਕਰ ਬੇਨੰਤੀ। ਤੇਰਾ ਹੋ ਪਾਤਰ ਗੁਰ ਵਸੈ। ਰਹੋ ਪਾਤਰ ਗੁਰ
ਐਸੇ ਪਾਵਰ ਦੇ ਅੱਗੇ ਅਗਲਾ ਸ਼ਬਦ ਆ ਰਿਹਾ 29 ਨੰਬਰ ਸ਼ਬਦ ਹੈ, ਪੰਨਾ ਹੈ 829 829 ਦਿਖਿਆ ਆਖੇ ਬੁਝਾਇਆ। ਔਰ ਇਹੋ ਹੀ ਸਿਫਤ ਸਲਾਹ ਹੈ, ਦੋਨੋਂ ਲਫ਼ਜ਼ ਇਕੱਠੇ ਹੀ ਵਾਹ ਵਾਹ ਸਿਫਤ ਸਲਾਹ ਹੈ। ਗੁਰਮੁਖੇ ਬੂਝੇ ਕੋਏ ਦਿਖਿਆ ਆਖੇ ਬੁਝਾਇਆ ਸਿਫਤੀ ਸੱਚੇ ਲੈਣ ਦੀ ਲੋੜ ਨਹੀਂ ਹੈ ਕਿਸੇ ਕੋਲੋਂ ਛੇਡੇ ਖਾਣ ਨੂੰ। ਰਾਧਾ ਸਵਾਮੀਆਂ ਨੇ ਕਿਸੇ ਕੋਲੋਂ ਜਾ ਕੇ ਗੁਰਮੰਤਰ ਲੈਣਾ। ਬਾਬਾ ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਦਿਖਿਆ ਆਖੇ ਬੁਝਾਇਆ ਸਿਫਤੀ ਸੱਚੇ ਉਪਦੇਸ ਜਿਨ ਗੁਰ ਨਾਨਕ ਦੇ। ਮੇਰੇ ਗੁਰੂ ਨੇ ਦਿਆ ਨਾਨਕ ਮੈਨੂੰ ਕੰਨ ਚ ਦਿੱਤੀ ਸੀ ਔਰ ਇਹੋ ਚਲਦੀ ਆ। ਅਗਲਾ 29ਵਾਂ ਸ਼ਬਦ ਕਰੋ ਆ ਮਹੱਲਾ ਪੰਜਵਾਂ। ਉਸ ਪਾਵਰ ਕੋਲੋਂ ਦੇਖਿਆ ਮੰਗ ਰਿਹਾ ਹੁਣ। ਐਸੀ ਦੇਖਿਆ ਜਨ ਸੇ ਮੰਗਾ ਐਸੀ ਦੇਖਿਆ ਜਨ ਸੇ ਮੰਗਾ। ਮੈਂ ਨਹੀਂ ਕਿਸੇ ਬੰਦੇ ਨੂੰ ਗੁਰੂ ਕਰਨਾ, ਮੈਂ ਨਹੀਂ ਕਿਸੇ, ਮੈਂ ਸਿੱਧੀ ਉਹਦੇ ਕੋਲੋਂ ਦੇਖਿਆ ਮੰਗ ਰਿਹਾ। ਐਸੀ ਦੇਖਿਆ ਜਨ ਸਤਿਗੁਰੂ ਹੀ ਹੈ। ਅੱਜ ਹੁਣੇ ਸਾਬਤ ਹੋਏਗਾ। ਜਨ ਵੀ ਉਹਨੂੰ ਕਿਹਾ, ਸਤਿਗੁਰੂ ਵੀ ਉਹਨੂੰ ਕਿਹਾ। ਕਈ ਚੀਜ਼ਾਂ ਨਾਲ ਉਸ ਪਾਵਰ ਦਾ ਨਾਮ ਲਿਆ ਇੱਜ਼ਤ ਦੇ ਨਾਲ। ਤੇ ਇੱਥੇ ਦੇਖਿਆ ਉਹ ਅੰਦਰ ਆਣ ਕੇ ਦੇਖਿਆ ਦਿੰਦਾ ਹੈ ਜਦੋਂ ਐਸੀ ਦੇਖਿਆ ਜਨ ਸਿਓ ਮੰਗਾ ਐਸੀ ਦੇਖਿਆ ਜਨ ਸਿਓ ਮੰਗਾ ਐਸੀ ਦੇਖਿਆ ਜਨ ਸਿਓ ਮੰਗਾ। ਇਸ ਜਾਨੋ ਸਤਿਗੁਰੂ ਦਾ ਮੈਂ ਧਿਆਨ ਰੱਖਣਾ, ਉਸ ਪਾਵਰ ਦਾ। ਤੁਮਰੋ ਧਿਆਨ ਤੁਮਹਾਰੋ ਰੰਗਾ ਤੁਮਰੋ ਧਿਆਨ ਤੁਮਹਾਰੋ ਰੰਗਾ ਐਸੀ ਦੇਖਿਆ ਜਨ ਸਿਓ ਮੰਗਾ ਐਸੀ ਦੇਖਿਆ ਜਨ ਸਿਓ ਮੰਗਾ। ਬਾਬੇ ਨਾਨਕ ਦਾ ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਹ ਬੁਲਾਵਾ। ਕਵਨ ਗੁਰੂ ਕਰਨਾ ਸੀ, ਪਰ ਸਾਡਾ ਗੁਰੂ ਅਕਾਲ ਪੁਰਖ ਹੈ। ਤੇ ਗੁਰੂ ਕਵਨ ਕਹਿ ਪਏ ਦੀਖਿਆ ਲੈਵਾਂ। ਦੀਖਿਆ ਲੈਂਦੇ ਕਿੱਥੋਂ ਦੀਖਿਆ ਲਈ? ਰੋਜ਼ ਸ਼ਬਦ ਪੜ੍ਹਦੇ ਹੋ। ਅੱਜ ਤੁਹਾਨੂੰ ਥੋੜਾ ਜਿਹਾ ਕਲੀਅਰ ਕਰ ਦਈਏ ਵੀ ਕਵਨ ਤਰਾਜੀ ਕਿਹੜੀ ਤਕੜੀ ਹੈ। ਤਰਾਜ਼ੂ ਕਹਿੰਦੇ ਸੀ ਤਰਾਜੀ। ਕਵਨ ਤਰਾਜੀ ਕਵਨ ਤੁਲਾ ਕਿਹੜਾ ਮੈਂ ਭਾਰ ਪਾਵਾਂ ਛਾਬਿਆਂ 'ਚ ਤੋਲਣ ਲਈ। ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਜਿਹੜਾ ਤੋਲਣ ਵਾਲਾ ਤੋਲਾ ਹੁੰਦਾ, ਜਿਹੜਾ ਬਹੁਤ ਤੋਲਦਾ ਕਣਕਾਂ ਦਾ, ਉਹ ਤਕੜੀ ਦੇ ਨਾਲ। ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ। ਕੌਣ ਗੁਰੂ? ਮੈਂ ਕਿਹੜਾ ਗੁਰੂ ਕਰਾਂ ਜਿਹੜਾ ਜੰਮਦਾ ਤੇ ਮਰ ਜਾਂਦਾ? ਬਾਬਾ ਨਾਨਕ ਕਹਿੰਦਾ ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ। ਕਵਨ ਗੁਰੂ ਕਹਿ ਪੈ ਦੀਖਿਆ ਲਾਵਾਂ ਕਹਿ ਪੈ ਮੁੱਲ ਕਰਾਵਾਂ। ਅੱਗੇ ਗੁਰੂ ਰਾਹ ਦੀ ਤਫਸੀਰ ਦੱਸਣੇ। ਮੇਰੇ ਲਾਲ ਜੀਓ ਮੇਰੇ ਲਾਲ ਜੀਓ ਤੇਰਾ ਅੰਤ ਨਾ। ਹਰ ਹੱਥ ਸਾਫ਼ ਕਰ ਗਿਆ ਬਾਬਾ ਨਾਨਕ ਕਹਿੰਦਾ ਮੇਰਾ ਉਹ ਲਾਲ ਜੀ ਗੁਰੂ ਹੈ। ਆਹ ਲਾਲ ਜੀ ਬੜਾ ਨਾਂ ਲੈ ਜਾਂਦੇ ਨੇ। ਕਈ ਵਾਰੀ ਅਸੀਂ ਘਰ ਵਾਲੀਆਂ ਨੂੰ ਵੀ ਲਾਲ ਜੀ ਕਹਿ ਦਈਦਾ। ਜੋ ਬਾਬੇ ਦਾ ਲਾਲ ਜੀ ਦੇਖਿਓ ਮੇਰੇ ਲਾਲ ਜੀਓ। ਬਾਬੇ ਨਾਨਕ ਦਾ ਗੁਰੂ ਦੇਖ ਮੇਰੇ ਲਾਲ ਜੀਓ ਮੇਰੇ ਲਾਲ ਜੀਓ ਇਹ ਤੇਰਾ ਅੰਤ ਨਾ ਲਾਇਆ। ਕਦੇ ਬਾਬੇ ਨਾਨਕ ਨੇ ਆਪ ਸ਼ਬਦ ਕਬੀਆ ਵੀ ਗੁਰ ਪਰਮੇਸ਼ਰ ਨਾਨਕ ਭੇਟਿਆ ਸਾਚੇ ਸਭ ਦੇ ਦੇਖਿਆ ਮੰਗ ਰਹੇ। ਐਸੀ ਦੇਖਿਆ ਜਨ ਸਿਓ ਮੰਗਾ ਐਸੀ ਦੇਖਿਆ ਜਨ ਸਿਓ ਮੰਗਾ। ਲੇਖਾ ਨਿਕਲ ਜਾਣੇ। ਕੋਈ ਪੁੱਛੇ ਜੀ ਤੁਸੀਂ ਅੰਮ੍ਰਿਤ ਛਕਣਾ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਨਹੀਂ ਹੈ ਕਿਤੇ। ਸਾਡੇ
ਭਾਈ ਸਾਹਿਬ ਜੀ ਅਗਲਿਆਂ ਨੇ ਇਹਨੇ ਸਾਨੂੰ ਈਮੇਲਾਂ ਸਵਾਰ ਕਰਦੀ ਦੁਨੀਆ ਦਾ ਸਹੀ ਜਵਾਬ ਬਣਾ ਰਹੇ ਆ ਵੀ ਸਾਰੀ ਬਾਣੀ 'ਚ ਪੀਓ ਪੌਲ ਖੰਡੇ ਤਾਰ ਨਹੀਂ ਚੱਲੇਗੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੌਲ ਦਾ ਤਾਂ ਲਿਆ ਵੀ ਜੋਗੀਆਂ ਦੀ ਪੌਲ ਹੁੰਦੀ ਸੀ। ਜੋਗੀ ਜਿਹਨੂੰ ਪੌਲ ਦੇਣੀ ਹੋਵੇ ਉਹਨੂੰ ਜ਼ਮੀਨ 'ਚ ਟੋਆ ਕੱਢ ਕੇ ਅੱਧਾ ਦੱਬ ਦਿੰਦੇ ਸੀ। ਦੱਬ ਕੇ ਫਿਰ ਆਲੇ ਦੁਆਲੇ ਐਂ ਉਹਦੀ ਮਿੱਟੀ ਪਾ ਕੇ ਪੈਰਾਂ ਨਾਲ ਦੱਬਦੇ ਸੀ, ਜਿੱਦਾਂ ਬਰਸਾਤ 'ਚ ਮੱਝ ਦਾ ਕਿੱਲਾ ਦੱਬੀ ਦਾ ਵੀ ਉਹ ਕਿਤੇ ਉਖੜ ਨਾ ਜਾਏ। ਉਹਨੂੰ ਦੱਬ ਕੇ ਹਿੱਲੇ ਨਾ, ਕਿਉਂਕਿ ਉਹਦੇ ਕੰਨ ਪਾੜਨੇ ਹੁੰਦੇ ਸੀ ਤੇ ਮੁੰਦਰਾਂ ਵਾਲਾ ਜੋਗੀ ਬਣਾਉਣਾ ਹੁੰਦਾ ਸੀ। ਆਇਰਾਂ ਦੀ ਦੀਖਿਆ ਦਾ ਰਿਵਾਜ ਸੀ। ਜਦੋਂ ਐਨ ਉਹਨੂੰ ਖੜਾ ਕਰਕੇ ਅੱਧ 'ਚ ਤੱਕ ਮਿੱਟੀ ਪਾ ਕੇ ਫਿਰ ਉਹਦੇ ਕੰਨ ਪਾੜਦੇ ਸੀ, ਫਿਰ ਮੁੰਦਰਾ ਪਾਉਂਦੇ ਸੀ। ਆ ਜਿਹੜੇ ਫਿਰਦੇ ਆ ਨਾ ਅੱਜ ਕੱਲ੍ਹ ਖਾਸ ਕਰ ਐਲੇ 'ਚ ਮੁੰਦਰਾਂ ਵਾਲੇ ਜੋਗੀ ਮੁੰਡੇ, ਉਹ ਮੁੰਦਰਾ ਜੋਗੀ ਪਾਉਂਦੇ ਸੀ ਸਾਰਾ। ਫਿਰ ਉਹਨਾਂ ਮੁੰਦਰਾ ਪਾਉਂਦੇ ਸੀ, ਗਲਾਸ ਸ਼ੀਸ਼ੇ ਦਾ ਕੰਨਾਂ ਵਾਲਾ, ਫਿਰ ਉਹ ਮੁੰਦਰਾਂ ਵਾਲਾ ਜੋਗੀ ਆਉਂਦਾ ਸੀ। ਸਾਡਾ ਜਪਜੀ ਸਾਹਿਬ 'ਚ ਲਿਖਿਆ ਸਾਡਾ ਮੁੰਦਰਾ ਕੀ ਹੈ? ਸੰਤੋਖ ਰੱਖਣਾ। ਮੁੰਦਾ ਸੰਤੋਖ। ਮੈਂ ਜੋਗੀਆਂ ਨੂੰ ਝੋਲੀ ਭਰ ਕੇ ਨਹੀਂ ਬਾਹਰ ਖੈਰ ਮੰਗਣ ਜਾਣਾ। ਸਰਮ ਪੱਤ ਝੋਲੀ, ਮੈਂ ਆਪਣੀ ਹਾਲ ਲੇਬਰ ਕਰਕੇ ਆਪ ਰੋਟੀ ਕਮਾਉਣਾ। ਜਪਜੀ ਸਾਹਿਬ ਦੇ ਅਸੂਲ ਮੁੰਦਾ ਸੰਤੋਖ, ਸਰਮ ਪੱਤ ਝੋਲੀ। ਮੈਂ ਧਿਆਨ ਕੀ ਭੂਤ ਲਾਉਣਾ, ਮੈਂ ਬਾਹਰ ਸੁਆਹ ਨਹੀਂ ਮੜਦਾ ਆਪਣੇ ਧਿਆਨ ਕੇ ਮਤਲਬ ਸਾਰਾ ਕੁਝ ਮੁੰਦਾ ਉੱਥੋਂ ਉਹ ਪੌਲ ਸੀ। ਔਰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਰਹਿਤਨਾਮਿਆਂ 'ਚ ਵੀ ਆਉਂਦਾ ਪੁਰਾਣਿਆਂ 'ਚ ਵੀ ਖੰਡੇ ਕੀ ਪੌਲ ਲਹੇ ਅਵਰ ਪੌਲ ਨਾ ਕੋਈ ਲੈ। ਖੰਡੇ ਦੀ ਪੌਲ ਫਿਰ ਸ਼ਾਸਤਰ ਦੇ ਵਿੱਚੋਂ ਸ਼ਬਦ ਤੇ ਸ਼ਾਸਤਰ ਦਾ ਮੇਲ ਕਰਕੇ ਮਹਾਰਾਜ ਨੇ ਇਹ ਸਾਰੀ ਚੀਜ਼ ਚਲਾਈ। ਔਰ ਫਿਰ 5 ਪਿਆਰੇ ਦੀਖਿਆ ਦੇਣਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੋਡਿਆਂ ਪਾਰ ਕਰ ਲਿਆ। ਕਹਿੰਦੇ ਉਹ ਫਿਰ ਮਹਾਰਾਜ ਕਹਿੰਦੇ ਜੀ ਮੇਰਾ ਆ ਗੋਬਿੰਦ ਰਾਏ ਰੂਏ ਮਗਰ ਲਾਓ। ਮੈਂ ਬੜਾ ਤਾਗੇ ਕਿ ਮਹਾਰਾਜ ਦੀ ਕਹਿੰਦਾ ਮੇਰਾ ਨਾਮ ਹੀ ਸਿੰਘ ਰੱਖੋ ਤੁਹਾਡੇ ਨਾਂ। ਕਿਨ ਉਹਨਾਂ 5 ਪਿਆਰਿਆਂ ਦੇ ਨਾਂ ਕਿਨ ਰੱਖੇ? ਆਹੋ ਸਵਾਲ ਉੱਠ ਰਹੇ ਹੁਣ। 5 ਪਿਆਰਿਆਂ ਦੇ ਨਾਂ ਕਿਨ? ਦਇਆ ਸਿੰਘ, ਧਰਮ ਸਿੰਘ, ਸਾਹਿਬ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ। ਉਹਨਾਂ ਦੀ ਕਿਨ ਨਾਂ ਰੱਖੇ? ਅਸੀਂ ਕਹਿੰਦੇ ਆ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰ ਕੱਟੇ ਲੱਡੂ ਵਾਰੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਉਹ ਸਤਿਗੁਰ ਕੀ ਮਹਿਮਾ ਸਤ ਕੋਈ ਜਾਣੇ ਕੀ ਹੋਇਆ ਸਭ ਕੋਈ, ਲੇਕਿਨ ਉਹਦੇ ਨਾਂ ਸਿੰਘ ਗੋਬਿੰਦ ਰਾਏ ਨੂੰ ਵੀ ਆਪਣਾ ਨਾਮ ਬਦਲਣਾ ਪਿਆ। ਗੋਬਿੰਦ ਸਿੰਘ ਨਾਂ ਉਹਨਾਂ ਨੇ ਰਖਾਇਆ। ਗਾ ਸਾਹਿਬਜ਼ਾਦਿਆਂ ਦੇ ਨਾਂ ਸਿੰਘ ਚੱਲਦੇ ਆ। ਇਸ ਕਰਕੇ ਕੱਲ੍ਹ ਦੀ ਹਿਸਟਰੀ ਹੈ, ਕੋਈ ਰਾਮਾਇਣ ਮਹਾਭਾਰਤ ਦੀਆਂ ਕਹਾਣੀਆਂ ਨਹੀਂ ਪਾਈਆਂ। ਆ ਸਾਡੇ ਲੇਟੈਸਟ ਗੁਰੂ ਹੋਏ ਸਾਰੇ ਲੇਟੈਸਟ ਕਾਰੇ ਹੋਏ ਆ। ਇਸ ਕਰਕੇ ਪੀਵੋ ਪੌਲ ਖੰਡੇ ਤਾਰ ਬਾਣੀ 'ਚ ਨਹੀਂ ਆਏਗਾ, ਕਿਉਂਕਿ ਉਸ ਵੇਲੇ ਦੀਖਿਆ ਲਫ਼ਜ਼ ਸੀ। ਐਸੀ ਦੀਖਿਆ ਜਨ ਸੇ ਸ਼ਬਦ ਹੈ। ਮੰਮੇ ਦੇ ਪੈਰਾਂ 'ਚ ਕੋਈ ਸੁੰਡਾ ਜਿਹਾ ਪਿਆ, ਥੋੜੇ ਜਿਹੇ ਲਫ਼ਜ਼ ਆ ਮੰਮੇ ਦੇ ਥੱਲੇ ਵੀ ਹੈ ਕੁਛ। ਉਹਨੂੰ ਹਲੰਤ ਕਿਹਾ ਹੈ, ਛੋਟਾ ਹਾ। ਤੁਮਹਰ ਮਤਲਬ ਗਲ ਭਰ ਕੇ ਥੋੜਾ ਜਿਹਾ ਕਹਿਣਾ, ਉਹ ਵੀ ਬੁਲਾਉਣਾ ਵਾ। ਤੁਮਰੋ ਵੀ ਤੇਰਾ ਹੀ ਮੈਂ ਧਿਆਨ ਰੱਖਣਾ ਤੇ ਤੇਰੇ ਰੰਗ 'ਚ ਹੀ ਮੈਂ ਰਹਿਣਾ। ਇਸ ਕਰਕੇ लगी है तुमरी सेवा तुम्हारे, तुमरी सेवा तुम्हारे, ये नाम हमारे गुर की से, नाम हमारे गुर की से, नाम हमारे गुर की से, नाम हमारे गुर की से। जन की टहल सुभाखण जन से, जन की
ਜਨ ਦੇ ਨਾਲ ਕਿੱਦਾਂ ਗੱਲਾਂ ਕਰੀਏ, ਉਹਦੀ ਟਹਿਲ ਸੇਵਾ ਕਿੱਦਾਂ ਕਰੀਏ, ਅਗਲੀ ਚ ਸਾਹ ਹੋ ਜਾਣਾ। ਉਠਣ ਬੈਠਣ ਜਨ ਕੇ ਸੰਗਾ, ਉਠਣ ਬੈਠਣ ਜਨ ਕੇ ਸੰਗਾ, ਬਾਹਰ ਵਾਲੇ ਵਾਗਰੂ ਮੰਤਰ ਜਪਦਾ ਰਹਿਣਾ। ਉਠਣ ਬੈਠਣ ਜਨ ਕੇ ਸੰਗਾ, ਉਠਣ ਬੈਠਣ ਜਨ ਕੇ ਸੰਗਾ, ਇਹ ਜਨ ਚਰ ਰਾਜ ਮੁਖੇ ਮਾਥੇ ਲਾਗੀ, ਜਨ ਚਰ ਰਾਜ ਮੁਖੇ ਮਾਥੇ ਲਾਗੀ। ਉਹਦੇ ਚਰਨਾਂ ਦੀ ਰਾਜ ਕਹਿੰਦੇ ਆ। ਕੋਈ ਬੰਦਾ ਲੁਧਿਆਣੇ ਜਿੱਥੇ ਉਹ ਫੈਕਟਰੀਆਂ ਚੱਲਦੀਆਂ ਨਾ, ਗਰਮ ਲੋਹਾ ਉਹ ਦਿੰਦੇ ਆ ਬੇਲਣਿਆਂ 'ਚ, ਸਾਰਾ ਭਰ ਕੇ ਉਹ ਜਿਹੜੀ ਮਜ਼ਦੂਰੀ ਉਹ ਕਰਦੇ। ਕਦੀ ਉਹ ਜਦੋਂ ਬਾਹਰ ਨਿਕਲਦੇ ਆ ਭਾਈ ਸਾਹਿਬ ਜੀ, ਇਹਨਾਂ ਦੇ ਪਸੀਨੇ ਨਾਲ ਭਰਿਆ ਹੁੰਦਾ ਸਾਰਾ, ਉਹ ਪੈਰਾਂ 'ਚ ਵੀ ਪਸੀਨਾ, ਉਹ ਜਿਹੜਾ ਪੈਰਾਂ 'ਚ ਪਸੀਨਾ ਕਰਤਾ ਵਾਲਿਆਂ ਨੂੰ ਉਹਨੂੰ ਰਾਜ ਕਹਿੰਦੇ ਆ। ਮੈਂ ਤੇ ਇਹ ਅਕਾਲ ਪੁਰਖ ਤੇਰੇ ਦੀ ਮੈਂ ਉਹ ਰਾਜਾ, ਮੇਰੀ ਮਹਿਲ ਐਡੀ ਗਰੀਬੀ 'ਚ ਸਲਿਆ ਮੈਂ ਤਾਂ। ਜਨ ਚਰ ਰਾਜ ਮੁੱਖੇ ਮਾਥੇ ਲਾਗੀ, ਮੇਰੇ ਮਾਂ ਉਹਨੂੰ ਉਸ ਅਕਾਲ ਪੁਰਖ ਦੇ ਸ਼ਬਦ ਨਾਲ ਇਸ਼ਾਰਾ ਹੈ ਵੀ ਉਹਦੇ ਚਰਨ, ਉਹਦੇ ਪੂਜਣੇ, ਉਹਦੀ ਸਾਰੀ ਮੈਨੂੰ ਰਾਜ ਲੱਗਣੀ। ਜਨ ਚਰ ਰਾਜ ਮੁੱਖੇ ਮਾਥੇ ਲਾਗੀ। ਆਹਾ ਕੀ ਹੋ ਗਿਆ, ਆਸਾ ਪੂਰਨ ਅਨਕ ਤਰੰਗਾ, ਆਸਾ ਪੂਰਨ ਅਨਕ ਤਰੰਗਾ। ਜਦੋਂ ਰਾਜ ਮੈਨੂੰ ਅੰਦਰ ਮਿਲੀ, ਮੈਂ ਤੇ ਕਈ ਤਰੰਗਾਂ ਦਾ ਨਾਮ ਜਪਨੀਆਂ ਰੰਗਾਂ ਦੇ ਵਿੱਚ। ਆਸਾ ਪੂਰਨ ਅਨਕ ਤਰੰਗਾ, ਆਸਾ ਪੂਰਨ ਅਨਕ ਤਰੰਗਾ। ਓਏ ਸਾਡੇ ਮਤਲਬ ਦੀ ਲਾਈਨ ਹੁਣ ਉਹੀ ਜਾਨੀ ਪਾਰ ਬ੍ਰਹਮ ਹੈ, ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ, ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ। ਇਹ ਜਨ ਕੇ ਚਰਨ ਤੀਰਥ ਕੋਟ ਗੰਗਾ, ਇਹ ਜਨ ਕੇ ਚਰਨ ਤੀਰਥ ਕੋਟ ਗੰਗਾ। ਮੈਂ ਗੰਗਾ ਦੀ ਜਾਂਦਾ ਨਾ, ਮੈਂ ਤੀਰਥਾਂ ਦੀ ਜਾਂਦਾ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਇਹ ਜਨ ਕੀ ਧੂਰ ਕੀਓ ਮਜਨ ਨਾਨਕ, ਜਨ ਕੀ ਧੂਰ ਕੀਓ ਮਜਨ ਨਾਨਕ। ਇਹ ਜਨਮ ਜਨਮ ਕੇ, ਇਹ ਜਨਮ ਜਨਮ ਕੇ, ਇਹ ਜਨਮ ਜਨਮ ਕੇ ਹਰੇ ਕਰੰਗਾ, ਜਨਮ ਜਨਮ ਕੇ ਹਰੇ ਕਰੰਗਾ। ਮਜਨ ਨਾ ਆ ਗਿਆ ਹੈ। ਮਜਨ ਇੱਕ ਐਸਾ ਵੇਦਾਂ ਸ਼ਾਸਤਰਾਂ ਦੇ ਇਹਨਾਂ ਦਾ ਲਫ਼ਜ਼ ਕੱਢਿਆ ਤੀਰਥਾਂ ਵਾਲਿਆਂ ਨੇ। ਆਮ ਪਾਣੀ ਨੂੰ ਪਾਣੀ ਦਾ ਨਹਾਉਣਾ ਕਿਹਾ ਹੈ, ਪਰ ਤੀਰਥਾਂ ਤੇ ਜਾ ਕੇ ਵੀ ਪਾਣੀ ਹੁੰਦਾ, ਪਰ ਤੀਰਥਾਂ ਤੇ ਜਾ ਕੇ ਜਿਹੜਾ ਪਾਣੀ ਦਾ ਨਹਾਉਣਾ ਉਹਨੂੰ ਮਜਨ ਕਿਹਾ। ਇਹਦਾ ਬੜਾ ਫਾਇਦਾ ਦੱਸਿਆ ਮਹਾਰਾਜ। ਕਹਿੰਦੇ ਉਹਦੀ ਜਿਹੜੀ ਧੂਰ ਹੈ ਅਕਾਲ ਪੁਰਖ ਦੀ, ਕਿ ਉਹ ਮਜਨ ਨਾਨਕ ਨੇ, ਔਰ ਜਨਮ ਜਨਮ ਦੇ ਮੇਰੇ ਜਿਹੜੇ ਬੱਜਰ ਪਾਪ ਸੀ ਉਹ ਦੂਰ ਹੋ ਗਏ। ਤੋ ਜਨ ਪਾਰ ਬ੍ਰਹਮ ਜਾਕੀ ਨਿਰਮਲ, ਉਹ ਪਾਰ ਬ੍ਰਹਮ ਆ ਗਿਆ। ਪਾਰ ਬ੍ਰਹਮ ਦੀ ਸਾਰੀ ਸਿਫਤ ਪਿੱਛੇ ਦਿੱਤੀ ਹੈ। ਜਨ ਪਾਰ ਬ੍ਰਹਮ ਜਾਕੀ ਨਿਰਮਲ, ਜਨ ਪਾਰ ਬ੍ਰਹਮ ਜਾਕੀ ਨਿਰਮਲ, ਜਨ ਕੇ ਤੀਰਥ ਕੋਟ ਗੰਗਾ, ਜਨ ਕੇ ਚਰਨ ਤੀਰਥ ਕੋਟ ਗੰਗਾ। ਉਹਦੇ ਚਰਨੋਂ ਦੇ ਸ਼ਬਦ ਹੀ ਹੈ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬਾਂਧਿਓ ਪਾਲ। ਮਹੱਲਾ ਪੰਜਵਾਂ ਇਹੋ ਰਾਈਟਰ ਲਿਖ ਰਿਹਾ। ਜਿਹੜੇ ਚਰਨ ਜਿੱਥੇ ਆ ਜਾਣ, ਉਹ ਹਿਰਦੇ ਚਰਨ, ਆ ਬਾਹਰਲੇ ਫਿਜ਼ੀਕਲ ਚਰਨ ਤੇ ਹਿਰਦਾ ਪਾੜ ਦੇਣਗੇ। ਬਾਹਰ ਉਹ ਸਪਿਰਚੁਅਲ ਚਰਨ ਕੀ ਹੈ, ਸ਼ਬਦ ਹੀ ਆ ਉਹਦਾ, ਜਨ ਕੇ ਚਰਨ। ਕਿਉਂਕਿ ਰਿਲੇਟਿਵ ਗਿਆਨ ਹੈ। ਉਹ ਸਾਰੇ ਪੈਰਾਂ ਨੂੰ ਪੂਜਦੇ ਸੀ, ਬਾਹਰਲੇ ਫਿਜ਼ਿਕ ਆਪਣੇ ਬੌਡੀਆਂ ਦੇ ਪੈਰ ਸਾਰੇ ਧੋਂਦੇ ਸਾਧੂਆਂ। ਸਾਡੇ ਚਰਨ ਫਿਜ਼ੀਕਲ ਨਹੀਂ ਹੈ, ਸਾਡਾ ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬਾਂਧਿਓ ਪਾਲ। ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੈਂ ਘੁੱਟ ਕੇ ਪੱਲੇ ਨਾ ਬਹਿ ਲਿਆ। ਔਰ ਉਹ ਹੈ ਜਨ ਕੀ ਚਰਨ ਤੀਰਥ ਕੋਟ ਗੰਗਾ ਦਾ ਮੈਂ ਇਸ਼ਨਾਨ ਕਰ ਲਿਆ ਜਦੋਂ ਉਹ ਸ਼ਬਦ ਮੇਰੇ ਅੰਦਰ ਆ ਗਿਆ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ, ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ। ਇਹ
जन के चरण तीरथ पाट गंगा, के चरण तीरथ पाट गंगा, जन की धूरे की उमर जन नानक, जन की धूरे की उमर जन नानक, ये जन्म जन्म के हरे कलंगा, जन्म जन्म के हरे कलंगा। महान मेहनत अगे दो डंडियां जरूर देखिया करो शब्द के पिछे, दो डंडियां दूआ, दो डंडियां चौका और दो डंडियां 120वां शब्द। देखो किन्ने सिख किद्दां मुश्किल एडिटिंग की है, जो कंप्यूटर कापीराइटर कोई नहीं सी। आ दो डंडियां ये दोवां बंदां दा शब्द है सिर्फ, और चौथा शब्द है इसे स्टाइल का, और 120वां शब्द है जिथों का प्रकरण चल रहा सारा पिछले शब्द। कोई एक लाइन नहीं फालतू बाढ़ सकता, साढ़े तां ज्ञान सिक्का बंद बचिया रहा, नहीं तो मतलब गुरु घर दे बैरी कोई चेंज नहीं कर सकिया सारी चीज़। गुरु अर्जन पातशाह की महान मेहनत। दूआ दोवां बंदियां दा शब्द है, चौका अगला शब्द देखोगे चौके का 5 हो जाएगा, उतों ये जब पिछला शब्द देखोगे तो 30 होएगा दोवां डंडियां तो बाद। और जे 120 लिखेगा अगला शब्द जाके घर देखो, पन्ना तुहानूं दस दिता, अजीब चीज़ तुहानूं मिलेगी, वो 121 होएगा शब्द, पिछला शब्द 119 होएगा। आ एडिटिंग है जी सिख ने देखनी। एडा महान गुरु अर्जन पातशाह ते रब ना मिले हुए सारे बाबा नानक भी ये शब्द किहदे लई दे रहे, इन्ना ज्ञान किन्हां लई दिता है, साडे लई दिता। भी एडा ज्ञान है भी वो आप ते रब ना मिले सी, और रब ना मिले होया नूं टाइम है, पर सिख कोल टाइम नहीं है भी अपनी शब्द नहीं किसी ने विचार ले की मेहनत है। इस करके उन्हां दा मुੱਲ पाउणा, और महाराज ना उस वेले सारा ज्ञान ऐड करके हर पिछे सिक्का बंद लाता। आओ अगला असी शब्द लै लीए 30वां, वो असी शब्द पन्ना है 830। हाँ दे दिओ शब्द असी चालू कर देंगे, और उस बाद फिर तुसीं अगली बैठक च पूरा गुरु तेग बहादुर साहब का जोड़ा साडा लास्ट गुरु है, महला 9वां, जिहदी महलियां की बाणी चों महला 9वां है, ਉਹਦਾ शब्द है। और जिन्ना शब्द सीधा है गुरु तेग बहादुर साहब के थोड़े शब्द उन्ने डूंघे होणगे। एडे मुश्किल है जिन्होंने 26 साल 9 महीने 13 दिन बैठ के ये पोथियां कोड़ सी पिछलियां सारा उन्होंने निचोड़ कढ़ के ते गीत लिखे। तो इस करके 30वां नंबर शब्द पन्ना है 830। देखो किदां कटते आ वर्त और तीर्थां नूं गुरु तेग बहादुर साहब। कहाँ पयो तीरथ वर्त किए, कहाँ पयो तीरथ वर्त किए। वर्त नहीं कहना पैरां च रा व्रत कहना है। कहाँ पयो तीरथ व्रत किए, है वही सन च तैनूं आउंदा है। अगे फिर जोग दा पुआड़ा निबेड़न लगे। जोग जग ने फल तह मानो। होर देख लो टीवियां जी जोग होर अजकल बड़ा प्रधान हो रहा, और असीं लिया रहे हैं बाबे नानक दा मास्टरपीस सिद्ध गोष्ठ, जिन्हें कि इन्ना भन्निया योग दा। और साडा महाराज कहंदे जोग जग ने फल तह मानो। मानो जस तू भुल जाना, और जोग जाग सिखण दे तू। महाराज कहते जोग जग ने फल तह मानो। जोग जग ने फल तह मानो। जोड़ प्रभु जस बिसरावे, जो प्रभु जस बिसरावे। आई पे
पहली तुक रहाव दी, हर के नाम बिना दुख पावे, हर के नाम बिना दुख पावे, हर के नाम बिना दुख पावे, हर के नाम बिना दुख पावे। तेरे शक नहीं मिटने जिन चिकर तू भगती नहीं करदा, भगते बिना संसार न छूटे, भगते बिना संसार न छूटे। गुर एहो भेद बतावे, गुर एहो भेद बतावे। ओहो ही गुर रारे नूं औंकड़ आ गया। देखो तुहाडे गौरी का सारे गुरुआं दा गौरी होई है, और रोज सोले च पढ़दे हो गुर गुर दोनों नूं औंकड़ ने। गुर गुर एक वेस अनेक, छे घर छे गुर छे उपदेश लैदा शकरे सी इन्हां दे योगियां दे कई। गुर गुर तो एक ही आ, रब वाली सारा गुर गुर मतलब रिपीट कर करके उस गुर नूं जप। गुर गुर ए भगते बिना, भगते तत्ते नूं सियारी है, तत्ते भगते नूं आ जाए वो सियारी भगती है। असी सारे रह रसदे पाठ से भगत भले जन नानक जी जो भावे मेरे हर सारिਆਂ ਨੂੰ भगती बनाई जाती है। किते तत्ते नूं सियारी है किते नहीं है। जिथे तत्ते नूं सियारी आ जाए भगती है, जिथे मुक्ता होवे तत्ता वो भगती करन वाला भगत है, उत्थे भगत है। इत्थे भगते है, भगती दा मतलब बिना भगते बिना भगते बिना संसार में गुर एहो बतावे, गुर एहो भेद बतावे, गुर एहो भेद बतावे। वो भेद की सी? बाबे नानक दी पोथी कोल सी। वो बाबा नानक जो लिखदा वो भेद दसदा भी मैं की करदा दिन रात, की करदा एक आगे आखे सब सिखो शब्द प्यारे हो, जन्म मरण की टेक, मोक्ष उजल सदा सुखी, सदा सुखी, सदा सुखी, नानक सिमरत एक। वाहिगुरु जी का खालसा, वाहिगुरु जी की फतेह।